ਸਤਿ ਸ਼੍ਰੀ ਅਕਾਲ। ਅੱਜ ਅਸੀਂ ਰਾਬਰਟ ਟੀ ਕਿਓਸਾਕੀ ਦੁਆਰਾ ਸਿੱਖੇ ਗਏ ਸਬਕ ਦਾ ਅਗਲਾ ਭਾਗ ਪੜ੍ਹਾਂਗੇ। ਜ਼ਿੰਦਗੀ ਦੇ ਸਭ ਤੋਂ ਵੱਡੇ ਜਾਲ ਤੋਂ ਬਚਣਾ। ਚੰਗਾ ਇਹ ਹੋਵੇਗਾ ਕਿ ਤੁਸੀਂ ਬਚਪਨ ਤੋਂ ਹੀ ਇਹ ਸੋਚਣਾ ਸ਼ੁਰੂ ਕਰ ਦਿਓ। ਤੁਸੀਂ ਹੁਣ ਜ਼ਿੰਦਗੀ ਦੇ ਸਭ ਤੋਂ ਵੱਡੇ ਸਬਕ ਨੂੰ ਦੇਖ ਰਹੇ ਹੋ। ਜੇਕਰ ਤੁਸੀਂ ਇਸ ਸਬਕ ਨੂੰ ਸਿੱਖ ਲੈਂਦੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਆਜ਼ਾਦੀ ਤੇ ਸੁਰੱਖਿਆ ਭਰੀ ਜ਼ਿੰਦਗੀ ਦਾ ਸੁੱਖ ਮਾਣ ਸਕਦੇ ਹੋ। ਜੇਕਰ ਤੁਸੀਂ ਇਹ ਸਬਕ ਨਹੀਂ ਸਿੱਖ ਪਾਏ ਤਾਂ ਤੁਸੀਂ ਵੀ ਸ਼੍ਰੀਮਤੀ ਮਾਰਟਿਨ ਅਤੇ ਇਸ ਪਾਰਕ ਵਿੱਚ ਖੇਡ ਰਹੇ ਜ਼ਿਆਦਾਤਰ ਲੋਕਾਂ ਵਾਂਗ ਹੀ ਬਣ ਜਾਵੋਗੇ। ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਪਰ ਉਸ ਦੇ ਬਦਲੇ ਵਿੱਚ ਉਹਨਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਹਨ। ਉਹ ਸੁਰੱਖਿਅਤ ਨੌਕਰੀ ਦੇ ਮੋਹ ਵਿੱਚ ਫਸੇ ਰਹਿੰਦੇ ਹਨ। ਹਰ ਸਾਲ ਮਿਲਣ ਵਾਲੀ 3 ਹਫ਼ਤਿਆਂ ਦੀਆਂ ਛੁੱਟੀਆਂ ਅਤੇ 45 ਸਾਲ ਤੱਕ ਕੰਮ ਕਰਦੇ ਰਹਿਣ ਤੋਂ ਬਾਅਦ ਮਿਲਣ ਵਾਲੀ ਥੋੜ੍ਹੀ ਜਿਹੀ ਪੈਨਸ਼ਨ ਦਾ ਸੁਪਨਾ ਦੇਖਦੇ ਰਹਿੰਦੇ ਹਨ। ਜੇਕਰ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਵਿੱਚ ਤੁਹਾਨੂੰ ਜ਼ਿਆਦਾ ਸੁੱਖ ਮਿਲਦਾ ਹੈ ਤਾਂ ਮੈਂ ਤੁਹਾਨੂੰ ਤੁਹਾਡੀ ਤਨਖਾਹ ਵਧਾ ਕੇ 25 ਸੈਂਟ ਪ੍ਰਤੀ ਘੰਟਾ ਕਰ ਸਕਦਾ ਹਾਂ। ਪਰ ਇਹ ਲੋਕ ਚੰਗੇ ਅਤੇ ਮਿਹਨਤੀ ਲੋਕ ਵੀ ਹਨ। ਫਿਰ ਤੁਸੀਂ ਉਹਨਾਂ ਦਾ ਮਖੌਲ ਕਿਉਂ ਉਡਾ ਰਹੇ ਹੋ? ਮੈਂ ਪੁੱਛਿਆ। ਅਮੀਰ ਡੈਡੀ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਸ਼੍ਰੀਮਤੀ ਮਾਰਟਿਨ ਮੇਰੇ ਲਈ ਮਾਂ ਵਰਗੀ ਹੈ। ਮੈਂ ਇਤਨਾ ਸਖਤ ਨਹੀਂ ਹੋ ਸਕਦਾ ਕਿ ਉਹਨਾਂ ਦਾ ਮਖੌਲ ਉਡਾਵਾਂ। ਇਹ ਸਖਤ ਲੱਗਦਾ ਜ਼ਰੂਰ ਹੈ ਕਿਉਂਕਿ ਮੈਂ ਤੁਹਾਡੇ ਦੋਨਾਂ ਦੇ ਸਾਹਮਣੇ ਸਥਿਤੀ ਸਪਸ਼ਟ ਕਰਨਾ ਚਾਹੁੰਦਾ ਹਾਂ ਤੇ ਉਹ ਵੀ ਸੌਖੇ ਸ਼ਬਦਾਂ ਵਿੱਚ। ਮੈਂ ਤੁਹਾਡੇ ਨਜ਼ਰੀਏ ਨੂੰ ਵੱਡਾ ਕਰਨਾ ਚਾਹੁੰਦਾ ਹਾਂ ਤਾਂ ਜੋ ਤੁਸੀਂ ਅੱਗੇ ਵੀ ਦੇਖ ਸਕੋ ਦੂਰ ਤੱਕ। ਜ਼ਿਆਦਾਤਰ ਲੋਕਾਂ ਨੂੰ ਅੱਗੇ ਦੇਖਣ ਦਾ ਫਾਇਦਾ ਕਈ ਵਾਰੀ ਸਿਰਫ ਇਸ ਲਈ ਨਹੀਂ ਮਿਲ ਪਾਉਂਦਾ ਕਿਉਂਕਿ ਉਹਨਾਂ ਦੇ ਦੇਖਣ ਦਾ ਦਾਇਰਾ ਬੜਾ ਛੋਟਾ ਹੁੰਦਾ ਹੈ। ਜ਼ਿਆਦਾਤਰ ਲੋਕ ਜਿਸ ਜਾਲ ਵਿੱਚ ਫਸੇ ਹੋਏ ਹਨ ਉਹ ਉਸ ਨੂੰ ਨਹੀਂ ਦੇਖ ਪਾਉਂਦੇ। ਮਾਈਕ ਤੇ ਮੈਂ ਉੱਥੇ ਸੋਚਦੇ ਹੋਏ ਬੈਠੇ ਰਹੇ ਕਿਉਂਕਿ ਅਸੀਂ ਉਹਨਾਂ ਦੀਆਂ ਗੱਲਾਂ ਦਾ ਮਤਲਬ ਪੂਰੀ ਤਰ੍ਹਾਂ ਨਹੀਂ ਸੀ ਸਮਝ ਸਕੇ। ਉਹਨਾਂ ਦੀਆਂ ਗੱਲਾਂ ਸੁਣਨ ਵਿੱਚ ਸਖਤ ਅਤੇ ਕੌੜੀਆਂ ਲੱਗ ਰਹੀਆਂ ਸਨ ਪਰ ਅਸੀਂ ਇਹ ਵੀ ਜਾਣਦੇ ਸੀ ਕਿ ਉਹ ਸਾਨੂੰ ਕੁਝ ਸਿਖਾਉਣ ਦੀ ਕਾਫੀ ਕੋਸ਼ਿਸ਼ ਕਰ ਰਹੇ ਸਨ। ਮੁਸਕਰਾਹਟ ਦੇ ਨਾਲ ਅਮੀਰ ਡੈਡੀ ਨੇ ਕਿਹਾ ਕਿ 25 ਸੈਂਟ ਪ੍ਰਤੀ ਘੰਟੇ ਦਾ ਆਫਰ ਚੰਗਾ ਨਹੀਂ ਲੱਗਿਆ। ਕੀ ਇਸ ਨਾਲ ਤੁਹਾਡੇ ਦਿਲ ਦੀ ਧੜਕਣ ਤੇਜ਼ ਨਹੀਂ ਹੋਈ? ਮੈਂ ਆਪਣਾ ਸਿਰ ਨਾ ਵਿੱਚ ਹਿਲਾਇਆ ਜਦੋਂ ਕਿ ਅਸਲ ਵਿੱਚ ਇਸ ਤਰ੍ਹਾਂ ਹੀ ਹੋਇਆ ਸੀ। 1 ਘੰਟੇ ਦੇ ਕੰਮ ਬਦਲੇ 25 ਸੈਂਟ ਮੇਰੇ ਹਿਸਾਬ ਨਾਲ ਇੱਕ ਬਹੁਤ ਵਧੀਆ ਸੌਦਾ ਸੀ। ਚੰਗਾ, ਮੈਂ ਤੁਹਾਨੂੰ 1 ਘੰਟੇ ਦਾ $1 ਦਿਆਂਗਾ, ਅਮੀਰ ਡੈਡੀ ਨੇ ਸ਼ਰਾਰਤ ਭਰੀ ਮੁਸਕਰਾਹਟ ਨਾਲ ਕਿਹਾ। ਹੁਣ ਮੇਰਾ ਦਿਲ ਤੂਫਾਨ ਮੇਲ ਵਾਂਗ ਦੌੜ ਰਿਹਾ ਸੀ। ਮੇਰੇ ਦਿਮਾਗ ਚੀਕ ਚੀਕ ਕੇ ਕਹਿ ਰਿਹਾ ਸੀ ਇਹਨਾਂ ਦੀ ਗੱਲ ਮੰਨ ਲਓ, ਮੰਨ ਲਓ। ਮੈਨੂੰ ਆਪਣੇ ਕੰਨਾਂ ਉੱਤੇ ਭਰੋਸਾ ਨਹੀਂ ਸੀ ਹੋ ਰਿਹਾ ਪਰ ਫਿਰ ਵੀ ਮੈਂ ਚੁੱਪ ਰਿਹਾ। ਚੰਗਾ, $2 ਪ੍ਰਤੀ ਘੰਟੇ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਨਿੱਕੇ ਜਿਹੇ 9 ਸਾਲ ਪੁਰਾਣੇ ਦਿਮਾਗ ਵਿੱਚ ਕਿਸੇ ਨੇ ਬੰਬ ਸੁੱਟ ਦਿੱਤਾ ਹੋਵੇ। 1956 ਵਿੱਚ $2 ਪ੍ਰਤੀ ਘੰਟੇ ਦੀ ਕਮਾਈ ਮੈਨੂੰ ਦੁਨੀਆ ਦਾ ਸਭ ਤੋਂ ਅਮੀਰ ਬੱਚਾ ਬਣਾ ਦਿੰਦੀ। ਮੈਂ ਇੰਨਾ ਸਾਰਾ ਪੈਸਾ ਕਮਾਉਣ ਦੀ ਕਲਪਨਾ ਵੀ ਨਹੀਂ ਸੀ ਕਰ ਸਕਦਾ। ਮੈਂ ਹਾਂ ਕਹਿਣਾ ਚਾਹੁੰਦਾ ਸੀ। ਮੈਂ ਸੌਦਾ ਪੱਕਾ ਕਰਨਾ ਚਾਹੁੰਦਾ ਸੀ। ਮੈਨੂੰ ਨਵੀਂ ਸਾਈਕਲ ਦਿਖ ਰਹੀ ਸੀ, ਨਵੇਂ ਬੇਸਬਾਲ ਗਲਵਜ਼ ਦਿਖ ਰਹੇ ਸਨ। ਮੇਰੇ ਪਾਸ ਕੜਕ ਨੋਟ ਦੇਖ ਕੇ ਮੇਰੇ ਦੋਸਤਾਂ ਦੀ ਈਰਖਾ ਅਤੇ ਸ਼ਲਾਘਾ ਮੈਨੂੰ ਸਾਫ਼ ਦਿਖ ਰਹੀ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਜਿਮੀ ਅਤੇ ਉਸਦੇ ਅਮੀਰ ਦੋਸਤ ਮੈਨੂੰ ਫਿਰ ਕਦੀ ਗਰੀਬ ਨਹੀਂ ਕਹਿ ਸਕਦੇ। ਪਰ ਕਿਸੇ ਵਜ੍ਹਾ ਨਾਲ ਮੈਂ ਚੁੱਪਚਾਪ ਖਲੋਤਾ ਰਿਹਾ। ਹੋ ਸਕਦਾ ਹੈ ਕਿ ਮੇਰੇ ਦਿਮਾਗ ਵਿੱਚ ਗਰਮੀ ਵੱਧ ਜਾਣ ਕਾਰਨ ਉਸਦਾ ਫਿਊਜ਼ ਉੱਡ ਗਿਆ ਹੋਵੇ। ਮਨ ਹੀ ਮਨ ਮੈਂ $2 ਪ੍ਰਤੀ ਘੰਟੇ ਦਾ ਆਫਰ ਮੰਨਣ ਲਈ ਬੇਤਾਬ ਸੀ। ਆਈਸਕ੍ਰੀਮ ਪਿਘਲ ਚੁੱਕੀ ਸੀ ਤੇ ਮੇਰੇ ਹੱਥ 'ਤੇ ਵਗ ਰਹੀ ਸੀ। ਆਈਸਕ੍ਰੀਮ ਦੀ ਡੰਡੀ ਖਾਲੀ ਹੋ ਗਈ ਸੀ ਤੇ ਇਸ ਦੇ ਥੱਲੇ ਵੈਨੀਲਾ ਤੇ ਚਾਕਲੇਟ ਦੇ ਟੁਕੜੇ ਸਨ ਜਿਸ ਦੇ ਮਜ਼ੇ ਕੀੜੀਆਂ ਲੈ ਰਹੀਆਂ ਸਨ। ਅਮੀਰ ਡੈਡੀ ਸਾਨੂੰ ਦੋਨਾਂ ਨੂੰ ਦੇਖ ਰਹੇ ਸਨ ਜਿਹੜੇ ਅੱਖਾਂ ਪਾੜ ਕੇ ਤੇ ਖਾਲੀ ਦਿਮਾਗ ਨਾਲ ਉਹਨਾਂ ਨੂੰ ਘੂਰ ਰਹੇ ਸਨ। ਉਹਨਾਂ ਨੂੰ ਪਤਾ ਸੀ ਕਿ ਉਹ ਸਾਡੀ ਪ੍ਰੀਖਿਆ ਲੈ ਰਹੇ ਸਨ ਤੇ ਇਹ ਵੀ ਜਾਣਦੇ ਸਨ ਕਿ ਸਾਡੇ ਦਿਲ ਦਾ ਇੱਕ ਸਿਰਾ ਉਹਨਾਂ ਦਾ ਆਫਰ ਮੰਨਣ ਲਈ ਬੇਤਾਬ ਹੋ ਰਿਹਾ ਹੋਵੇਗਾ। ਉਹ ਜਾਣਦੇ ਸਨ ਕਿ ਉਹ ਹਰ ਬੰਦੇ ਦੀ ਆਤਮਾ ਦਾ ਇੱਕ ਹਿੱਸਾ ਕਮਜ਼ੋਰ ਅਤੇ ਲੋੜਵੰਦ ਹੁੰਦਾ ਹੈ ਜਿਸ ਨੂੰ ਖਰੀਦਿਆ ਜਾ ਸਕਦਾ ਹੈ ਅਤੇ ਉਹ ਇਹ ਵੀ ਜਾਣਦੇ ਸਨ ਕਿ ਹਰ ਇਨਸਾਨ ਦੀ ਆਤਮਾ ਦਾ ਇੱਕ ਹਿੱਸਾ ਮਜ਼ਬੂਤ ਅਤੇ ਦ੍ਰਿੜ ਨਿਸ਼ਚਈ ਹੁੰਦਾ ਹੈ ਜਿਸ ਨੂੰ ਕਦੇ ਖਰੀਦਿਆ ਨਹੀਂ ਜਾ ਸਕਦਾ। ਅਸਲੀ ਸਵਾਲ ਇਹ ਸੀ ਕਿ ਇਹਨਾਂ ਵਿੱਚੋਂ ਕਿਹੜਾ ਹਿੱਸਾ ਤਾਕਤਵਰ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹਜ਼ਾਰਾਂ ਲੋਕਾਂ ਦੀ ਪ੍ਰੀਖਿਆ ਲਈ ਸੀ। ਜਦੋਂ ਉਹ ਨੌਕਰੀ ਮੰਗਣ ਲਈ ਆਏ ਲੋਕਾਂ ਦਾ ਇੰਟਰਵਿਊ ਲੈਂਦੇ ਸਨ ਤਾਂ ਉਹ ਹਰ ਵਾਰ
ਆਤਮਾਵਾਂ ਦੀ ਪ੍ਰੀਖਿਆ ਲੈ ਰਹੇ ਹੁੰਦੇ ਸਨ। ਚੰਗਾ $5 ਪ੍ਰਤੀ ਘੰਟਾ। ਅਚਨਚੇਤ ਹੀ ਮੇਰੇ ਅੰਦਰ ਸ਼ਾਂਤੀ ਛਾ ਗਈ। ਕੁਝ ਸੀ ਜਿਹੜਾ ਬਦਲ ਗਿਆ। ਆਫਰ ਬਹੁਤ ਹੀ ਵੱਡਾ ਅਤੇ ਮੂਰਖਤਾਪੂਰਨ ਲੱਗ ਰਿਹਾ ਸੀ। 1956 ਵਿੱਚ ਗਿਣਤੀ ਮਿਣਤੀ ਦੇ ਹੀ ਗੱਭਰੂਆਂ ਨੂੰ $5 ਪ੍ਰਤੀ ਘੰਟੇ ਤੋਂ ਜ਼ਿਆਦਾ ਮਿਲਦੇ ਹੋਣਗੇ। ਲਾਲਚ ਖਤਮ ਹੋ ਗਿਆ ਅਤੇ ਇਸ ਦੀ ਥਾਂ ਸ਼ਾਂਤੀ ਨੇ ਲੈ ਲਈ। ਹੌਲੀ ਦੇ ਕੇ ਮੈਂ ਆਪਣੇ ਖੱਬੇ ਪਾਸੇ ਖੜੇ ਮਾਈਕ ਵੱਲ ਮੁੜਿਆ। ਉਸ ਨੇ ਮੇਰੇ ਵੱਲ ਤੱਕਿਆ। ਮੇਰੀ ਆਤਮਾ ਦਾ ਜਿਹੜਾ ਹਿੱਸਾ ਕਮਜ਼ੋਰ ਅਤੇ ਲੋੜਵੰਦ ਸੀ ਉਹ ਖਾਮੋਸ਼ ਹੋ ਚੁੱਕਿਆ ਸੀ। ਮੇਰਾ ਉਹ ਹਿੱਸਾ ਜਿਸ ਨੂੰ ਖਰੀਦਿਆ ਨਹੀਂ ਸੀ ਜਾ ਸਕਦਾ ਉਹ ਅੱਗੇ ਆ ਚੁੱਕਿਆ ਸੀ। ਮੇਰੇ ਦਿਮਾਗ ਤੇ ਆਤਮਾ ਵਿੱਚ ਪੈਸੇ ਨੂੰ ਲੈ ਕੇ ਹੋਏ ਇਸ ਜੰਗ ਵਿੱਚ ਸ਼ਾਂਤੀ ਅਤੇ ਵਿਸ਼ਵਾਸ ਜਿੱਤ ਚੁੱਕੇ ਸਨ। ਮੈਂ ਜਾਣਦਾ ਸੀ ਕਿ ਮਾਈਕ ਵੀ ਉਸੇ ਨੁਕਤੇ 'ਤੇ ਪੁੱਜ ਚੁੱਕਿਆ ਹੋਵੇਗਾ। ਚੰਗਾ ਅਮੀਰ, ਡੈਡੀ ਨੇ ਹੌਲੀ ਦੇ ਕੇ ਕਿਹਾ, ਜ਼ਿਆਦਾਤਰ ਲੋਕਾਂ ਦਾ ਇੱਕ ਮੁੱਲ ਹੁੰਦਾ ਹੈ ਅਤੇ ਉਹਨਾਂ ਦਾ ਮੁੱਲ ਇਸ ਲਈ ਹੁੰਦਾ ਹੈ ਕਿਉਂਕਿ ਸਾਡੇ ਸਾਰਿਆਂ ਵਿੱਚ ਦੋ ਭਾਵਨਾਵਾਂ ਹੁੰਦੀਆਂ ਹਨ, ਡਰ ਅਤੇ ਲਾਲਚ। ਪਹਿਲੇ ਪੈਸੇ ਦੇ ਬਗੈਰ ਰਹਿਣ ਦਾ ਡਰ ਤੋਂ ਸਾਨੂੰ ਕਰੜੀ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਤੋਂ ਬਾਅਦ ਜਦੋਂ ਸਾਨੂੰ ਤਨਖਾਹ ਮਿਲਦੀ ਹੈ ਤਾਂ ਸਾਡੇ ਵਿੱਚ ਲਾਲਚ ਜਾਂ ਇੱਛਾ ਦੀ ਭਾਵਨਾ ਜਾਗ ਉੱਠਦੀ ਹੈ। ਪੈਸਾ ਹੋਣ 'ਤੇ ਅਸੀਂ ਉਹਨਾਂ ਵਧੀਆ ਚੀਜ਼ਾਂ ਬਾਰੇ ਸੋਚਣ ਨੂੰ ਮਜਬੂਰ ਹੋ ਜਾਂਦੇ ਹਨ ਜਿਹੜੀਆਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਹਨ। ਇਸ ਲਈ ਸਾਡੀ ਜ਼ਿੰਦਗੀ ਦਾ ਇੱਕ ਪੈਟਰਨ ਬਣ ਜਾਂਦਾ ਹੈ। ਕਿਸ ਤਰ੍ਹਾਂ ਦਾ ਪੈਟਰਨ? ਮੈਂ ਪੁੱਛਿਆ। ਸਵੇਰੇ ਜਾਗਣ, ਕੰਮ ਉੱਤੇ ਜਾਣ, ਖਰਚ ਕਰਨ। ਸਵੇਰੇ ਉੱਠਣ, ਕੰਮ ਉੱਤੇ ਜਾਣ, ਖਰਚ ਕਰਨ। ਲੋਕਾਂ ਦੀ ਜ਼ਿੰਦਗੀ ਹਮੇਸ਼ਾ ਡਰ ਅਤੇ ਲਾਲਚ ਇਹਨਾਂ ਦੋ ਭਾਵਨਾਵਾਂ ਕਾਰਨ ਚੱਲਦੀਆਂ ਹਨ। ਉਹਨਾਂ ਨੂੰ ਜੇਕਰ ਜ਼ਿਆਦਾ ਪੈਸੇ ਵੀ ਦੇ ਦਿਓ ਤਾਂ ਵੀ ਉਹ ਇਸੇ ਪੈਟਰਨ ਉੱਤੇ ਚੱਲ ਕੇ ਆਪਣਾ ਸਾਰਾ ਪੈਸਾ ਖਰਚ ਕਰ ਲੈਣਗੇ। ਇਸੇ ਪੈਟਰਨ ਨੂੰ ਮੈਂ ਚੂਹਾ ਦੌੜ ਕਹਿੰਦਾ ਹਾਂ। ਕੀ ਕੋਈ ਹੋਰ ਰਾਹ ਵੀ ਹੈ? ਮਾਈਕ ਨੇ ਪੁੱਛਿਆ। ਹਾਂ ਅਮੀਰ, ਡੈਡੀ ਨੇ ਹੌਲੀ ਦੇ ਕੇ ਕਿਹਾ, ਪਰ ਇਸ ਨੂੰ ਬੜੇ ਹੀ ਥੋੜ੍ਹੇ ਲੋਕ ਲੱਭ ਪਾਉਂਦੇ ਹਨ। ਤੇ ਉਹ ਰਾਹ ਕਿਹੜਾ ਹੈ? ਮਾਈਕ ਨੇ ਪੁੱਛਿਆ। ਉਸੇ ਰਾਹ 'ਤੇ ਤੁਸੀਂ ਲੋਕ ਕੰਮ ਕਰਦਿਆਂ ਅਤੇ ਮੇਰੇ ਨਾਲ ਸਿੱਖਦਿਆਂ ਲੱਭ ਲਵੋਗੇ। ਮੈਂ ਇਹ ਆਸ ਕਰਦਾ ਹਾਂ। ਮੈਂ ਇਸੇ ਕਾਰਨ ਤੁਹਾਨੂੰ ਪੈਸੇ ਦੇਣਾ ਬੰਦ ਕਰ ਦਿੱਤੇ ਸਨ। ਇਸ ਬਾਰੇ ਕੋਈ ਇਸ਼ਾਰਾ ਤਾਂ ਦਿਓ, ਮਾਈਕ ਨੇ ਕਿਹਾ। ਅਸੀਂ ਲੋਕ ਮਿਹਨਤ ਨਾਲ ਕੰਮ ਕਰਦੇ ਕਰਦੇ ਥੱਕ ਚੁੱਕੇ ਹਾਂ, ਖਾਸ ਕਰਕੇ ਤਦੋਂ ਜਦੋਂ ਇਸ ਦੇ ਬਦਲੇ ਵਿੱਚ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ। ਪਹਿਲਾ ਕਦਮ ਤਾਂ ਇਹ ਹੈ ਕਿ ਤੁਸੀਂ ਲੋਕਾਂ ਨਾਲ ਸੱਚ ਬੋਲੋ, ਅਮੀਰ, ਡੈਡੀ ਨੇ ਕਿਹਾ। ਅਸੀਂ ਝੂਠ ਨਹੀਂ ਬੋਲ ਰਹੇ, ਮੈਂ ਕਿਹਾ। ਮੈਂ ਕਦੋਂ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ? ਮੈਂ ਤਾਂ ਇਹੀ ਕਹਿ ਰਿਹਾ ਹਾਂ ਕਿ ਸੱਚੀ ਗੱਲ ਕਹਿ ਦੇਣੀ ਚਾਹੀਦੀ ਹੈ, ਅਮੀਰ, ਡੈਡੀ ਨੇ ਜਵਾਬ ਦਿੱਤਾ। ਕਿਸ ਬਾਰੇ? ਮੈਂ ਕਿਹਾ। ਇਸ ਬਾਰੇ ਕਿ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ, ਅਮੀਰ, ਡੈਡੀ ਨੇ ਕਿਹਾ। ਤੁਹਾਨੂੰ ਇਹ ਕਿਸੇ ਹੋਰ ਨੂੰ ਕਹਿਣ ਦੀ ਲੋੜ ਨਹੀਂ ਹੈ, ਸਿਰਫ ਆਪਣੇ ਆਪ ਨਾਲ ਸੱਚ ਬੋਲੋ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਪਾਰਕ ਵਿੱਚ ਮੌਜੂਦ ਲੋਕ, ਤੁਹਾਡੇ ਲਈ ਕੰਮ ਕਰਨ ਵਾਲੇ ਲੋਕ, ਸ਼੍ਰੀਮਤੀ ਮਾਰਟਿਨ, ਇਹ ਸਾਰੇ ਲੋਕ ਇੰਜ ਨਹੀਂ ਕਰਦੇ? ਮੈਨੂੰ ਇੰਜ ਹੀ ਲੱਗਦਾ ਹੈ, ਅਮੀਰ, ਡੈਡੀ ਨੇ ਕਿਹਾ। ਇਸ ਦੇ ਬਜਾਏ ਉਹਨਾਂ ਨੂੰ ਹਮੇਸ਼ਾ ਪੈਸਾ ਨਹੀਂ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ। ਉਸ ਡਰ ਦਾ ਸਾਹਮਣਾ ਕਰਨ ਦੀ ਬਜਾਏ, ਸੋਚਣ ਦੀ ਬਜਾਏ ਇਹ ਲੋਕ ਸਿਰਫ ਪ੍ਰਤੀਕਿਰਿਆ ਕਰਦੇ ਰਹਿੰਦੇ ਹਨ। ਇਸ ਦੌਰਾਨ ਉਹ ਦਿਲ ਨਾਲ ਕੰਮ ਲੈਂਦੇ ਹਨ, ਦਿਮਾਗ ਤੋਂ ਨਹੀਂ, ਅਮੀਰ, ਡੈਡੀ ਨੇ ਆਪਣੇ ਸਿਰ 'ਤੇ ਉਂਗਲ ਠੋਕਦੇ ਹੋਏ ਕਿਹਾ। ਫਿਰ ਉਹਨਾਂ ਦੇ ਹੱਥ ਵਿੱਚ ਕੁਝ ਪੈਸੇ ਆ ਜਾਂਦੇ ਹਨ ਅਤੇ ਉਹਨਾਂ ਵਿੱਚ ਖੁਸ਼ੀ ਅਤੇ ਲਾਲਚ ਦੀਆਂ ਭਾਵਨਾਵਾਂ ਜਾਗ ਜਾਂਦੀਆਂ ਹਨ ਅਤੇ ਇੱਕ ਵਾਰ ਫਿਰ ਉਹ ਦਿਮਾਗ ਤੋਂ ਸੋਚਣ ਦੀ ਬਜਾਏ ਦਿਲ ਨਾਲ ਕੰਮ ਕਰਨ ਲੱਗ ਪੈਂਦੇ ਹਨ। ਤਾਂ ਉਹ ਦਿਲ ਨਾਲ ਯਾਨੀ ਆਪਣੀਆਂ ਭਾਵਨਾਵਾਂ ਨਾਲ ਸੋਚਦੇ ਹਨ, ਮਾਈਕ ਨੇ ਕਿਹਾ। ਬਿਲਕੁਲ ਠੀਕ, ਅਮੀਰ, ਡੈਡੀ ਨੇ ਕਿਹਾ। ਉਹ ਇਸ ਬਾਰੇ ਸੱਚ ਨਹੀਂ ਦੱਸਦੇ ਕਿ ਉਹਨਾਂ ਨੂੰ ਕਿਵੇਂ ਲੱਗ ਰਿਹਾ ਹੈ। ਉਹ ਆਪਣੀ ਭਾਵਨਾ ਤੋਂ ਕੰਮ ਕਰਦੇ ਹਨ, ਦਿਮਾਗ ਨਾਲ ਸੋਚਣ ਦੀ ਤਕਲੀਫ ਨਹੀਂ ਚੁੱਕਦੇ। ਉਹਨਾਂ ਨੂੰ ਡਰ ਲੱਗਦਾ ਹੈ ਕਿ ਉਹ ਨੌਕਰੀ ਕਰਨ ਜਾਂਦੇ ਹਨ ਅਤੇ ਉਹ ਆਸ ਕਰਦੇ ਹਨ ਕਿ ਜ਼ਿਆਦਾ ਪੈਸੇ ਆਉਣ ਨਾਲ ਉਹਨਾਂ ਦਾ ਡਰ ਦੂਰ ਹੋ ਜਾਵੇਗਾ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਉਹੀ ਪੁਰਾਣਾ ਡਰ ਉਹਨਾਂ ਨੂੰ ਮੁੜ ਕੇ ਸਤਾਉਣ ਲੱਗ ਪੈਂਦਾ ਹੈ। ਉਹ ਫਿਰ ਤੋਂ ਨੌਕਰੀ ਕਰਨ ਜਾਂਦੇ ਹਨ ਅਤੇ ਫਿਰ ਉਮੀਦ ਕਰਦੇ ਹਨ ਕਿ ਪੈਸਾ ਉਹਨਾਂ ਦੇ ਡਰ ਨੂੰ ਘੱਟ ਕਰ ਦੇਵੇਗਾ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਡਰ ਦੇ ਕਾਰਨ ਹੀ ਉਹ ਨੌਕਰੀ ਦੇ ਜਾਲ ਵਿੱਚ ਫਸੇ ਰਹਿੰਦੇ ਹਨ। ਪੈਸੇ ਕਮਾਉਂਦੇ ਹਨ, ਕੰਮ ਕਰਦੇ ਹਨ, ਪੈਸੇ ਕਮਾਉਂਦੇ ਹਨ ਅਤੇ ਆਸ ਕਰਦੇ ਹਨ ਕਿ ਡਰ ਤੋਂ ਉਹਨਾਂ ਦਾ ਪਿੱਛਾ ਛੁੱਟ ਜਾਵੇਗਾ, ਪਰ ਹਰ ਰੋਜ਼ ਜਦੋਂ ਉਹ ਜਾਗਦੇ ਹਨ ਤਾਂ ਉਹਨਾਂ ਦਾ ਪੁਰਾਣਾ ਡਰ ਵੀ ਉਹਨਾਂ ਦੇ ਨਾਲ ਜਾਗਦਾ ਹੈ। ਉਹੀ ਪੁਰਾਣਾ ਡਰ ਕਰੋੜਾਂ ਲੋਕਾਂ ਨੂੰ ਸਾਰੀ ਰਾਤ ਜਗਾਉਂਦਾ ਹੈ ਅਤੇ ਉਹਨਾਂ ਦੀ ਰਾਤ ਬਹੁਤ ਫਿਕਰ ਅਤੇ ਪਰੇਸ਼ਾਨੀ ਵਿੱਚ ਗੁਜ਼ਰਦੀ ਹੈ। ਇਸ ਲਈ ਉਹ ਉੱਠਦੇ ਹਨ, ਕੰਮ 'ਤੇ ਜਾਂਦੇ ਹਨ, ਰੱਬ ਤੋਂ ਇਹੀ ਆਸ ਕਰਦੇ ਹਨ ਕਿ ਤਨਖਾਹ ਦੇ ਚੈੱਕ
ਨਾਲ ਉਹਨਾਂ ਦੇ ਦਿਲਾਂ ਨੂੰ ਕੁਤਰਨ ਵਾਲੇ ਇਸ ਡਰ ਨੂੰ ਮੌਤ ਦੇ ਘਾਟ ਉਤਾਰ ਦੇਣਗੇ। ਸੱਚੀ ਗੱਲ ਤਾਂ ਇਹ ਹੈ ਕਿ ਪੈਸਾ ਉਹਨਾਂ ਦੀ ਜ਼ਿੰਦਗੀ ਨੂੰ ਚਲਾ ਰਿਹਾ ਹੈ। ਉਹ ਇਸ ਬਾਰੇ ਕਦੀ ਸੱਚ ਨਹੀਂ ਬੋਲਦੇ। ਪੈਸੇ ਨੇ ਉਹਨਾਂ ਦੀਆਂ ਭਾਵਨਾਵਾਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਉਹਨਾਂ ਦੀ ਆਤਮਾਵਾਂ ਉੱਤੇ ਵੀ। ਇਹ ਕਹਿ ਕੇ ਅਮੀਰ ਡੈਡੀ ਚੁੱਪ ਹੋ ਗਏ ਤਾਂ ਜੋ ਉਹਨਾਂ ਦੇ ਸ਼ਬਦਾਂ ਵਿੱਚ ਲੁਕਿਆ ਸੁਨੇਹਾ ਸਾਡੇ ਅੰਦਰ ਚਲਾ ਜਾਏ। ਮਾਈਕ ਅਤੇ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ, ਪਰ ਅਸੀਂ ਉਹਨਾਂ ਦਾ ਮਤਲਬ ਪੂਰੀ ਤਰ੍ਹਾਂ ਨਹੀਂ ਸਮਝ ਪਾਏ ਸੀ। ਮੈਨੂੰ ਆਮ ਕਰਕੇ ਇਹ ਹੈਰਾਨੀ ਹੁੰਦੀ ਸੀ ਕਿ ਲੋਕਾਂ ਨੂੰ ਦਫ਼ਤਰ ਜਾਣ ਦੀ ਇਤਨੀ ਛੇਤੀ ਕਿਉਂ ਹੁੰਦੀ ਹੈ। ਉਹਨਾਂ ਨੂੰ ਆਪਣੀ ਨੌਕਰੀ ਵਿੱਚ ਖਾਸ ਮਜ਼ਾ ਨਹੀਂ ਆਉਂਦਾ ਅਤੇ ਉਹ ਕਦੇ ਖੁਸ਼ ਵੀ ਨਹੀਂ ਸਨ ਦਿਖਦੇ। ਫਿਰ ਕੀ ਕਾਰਨ ਸੀ ਜਿਹੜਾ ਉਹਨਾਂ ਨੂੰ ਦਫ਼ਤਰ ਛੇਤੀ ਜਾਣ ਲਈ ਪ੍ਰੇਰਿਤ ਕਰਦਾ ਸੀ? ਜਦੋਂ ਅਮੀਰ ਡੈਡੀ ਨੇ ਦੇਖ ਲਿਆ ਕਿ ਅਸੀਂ ਜਿਤਨਾ ਸਮਝ ਸਕਦੇ ਸੀ ਅਸੀਂ ਉਤਨਾ ਸਮਝ ਲਿਆ ਹੈ ਤਾਂ ਉਹਨਾਂ ਨੇ ਅੱਗੇ ਕਿਹਾ, ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਲੋਕ ਇਸ ਜਾਲ ਤੋਂ ਬਚ ਕੇ ਰਹੋ। ਦਰਅਸਲ ਮੈਂ ਤੁਹਾਨੂੰ ਇਹੀ ਸਿਖਾਉਣਾ ਚਾਹੁੰਦਾ ਸੀ। ਮੇਰਾ ਮਕਸਦ ਤੁਹਾਨੂੰ ਕੇਵਲ ਅਮੀਰ ਬਣਨਾ ਸਿਖਾਉਣਾ ਨਹੀਂ ਹੈ, ਕਿਉਂਕਿ ਅਮੀਰ ਬਣਨ ਨਾਲ ਸਮੱਸਿਆ ਨਹੀਂ ਸੁਲਝਣਗੀਆਂ। ਅਮੀਰ ਬਣਨ ਨਾਲ ਸਮੱਸਿਆ ਨਹੀਂ ਸੁਲਝਣਗੀਆਂ? ਮੈਂ ਹੈਰਾਨੀ ਨਾਲ ਪੁੱਛਿਆ। ਬਿਲਕੁਲ ਨਹੀਂ। ਮੈਨੂੰ ਦੂਜੀ ਭਾਵਨਾ, ਇੱਛਾ ਬਾਰੇ ਆਪਣੀਆਂ ਗੱਲਾਂ ਪੂਰੀਆਂ ਕਰਨ ਦਿਓ। ਕੁਝ ਲੋਕ ਇਸ ਨੂੰ ਲਾਲਚ ਕਹਿੰਦੇ ਹਨ, ਪਰ ਮੈਂ ਇਸ ਨੂੰ ਇੱਛਾ ਕਹਿਣਾ ਜ਼ਿਆਦਾ ਪਸੰਦ ਕਰਦਾ ਹਾਂ। ਇਹ ਮਾੜਾ ਨਹੀਂ ਹੈ ਕਿ ਅਸੀਂ ਕਿਸੇ ਬਿਹਤਰ, ਜ਼ਿਆਦਾ ਸੁੰਦਰ, ਜ਼ਿਆਦਾ ਸੁਖਦ ਅਤੇ ਰੋਮਾਂਚਕ ਚੀਜ਼ ਦੀ ਇੱਛਾ ਰੱਖੀਏ। ਲੋਕ ਇੱਛਾ ਦੇ ਕਾਰਨ ਵੀ ਪੈਸੇ ਲਈ ਕੰਮ ਕਰਦੇ ਹਨ। ਉਹਨਾਂ ਨੂੰ ਸੁੱਖਾਂ ਵਾਸਤੇ ਪੈਸਿਆਂ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਮੰਨਦੇ ਹਨ ਕਿ ਪੈਸੇ ਤੋਂ ਸੁੱਖ ਖਰੀਦਿਆ ਜਾ ਸਕਦਾ ਹੈ, ਪਰ ਪੈਸਾ ਜਿਹੜੀ ਖੁਸ਼ੀ ਦਿੰਦਾ ਹੈ ਉਹ ਅਕਸਰ ਇੱਕ ਪਲ ਲਈ ਹੁੰਦੀ ਹੈ। ਉਹਨਾਂ ਨੂੰ ਜ਼ਿਆਦਾ ਖੁਸ਼ੀ, ਜ਼ਿਆਦਾ ਆਨੰਦ, ਜ਼ਿਆਦਾ ਆਰਾਮ, ਜ਼ਿਆਦਾ ਸੁਰੱਖਿਆ ਹਾਸਿਲ ਕਰਨ ਲਈ ਹੋਰ ਜ਼ਿਆਦਾ ਪੈਸਿਆਂ ਦੀ ਲੋੜ ਹੁੰਦੀ ਹੈ। ਇਸ ਲਈ ਉਹ ਕੰਮ ਕਰਦੇ ਹਨ ਅਤੇ ਇਹ ਸੋਚਦੇ ਰਹਿੰਦੇ ਹਨ ਕਿ ਪੈਸਾ ਡਰ ਅਤੇ ਲਾਲਚ ਤੋਂ ਪਰੇਸ਼ਾਨ ਉਹਨਾਂ ਦੀ ਆਤਮਾਵਾਂ ਨੂੰ ਸ਼ਾਂਤ ਕਰ ਦੇਵੇਗਾ। ਪਰ ਪੈਸਾ ਇਹ ਕੰਮ ਨਹੀਂ ਕਰਦਾ। ਅਮੀਰ ਹੋਣ ਦੇ ਬਾਵਜੂਦ ਵੀ ਨਹੀਂ? ਮਾਈਕ ਨੇ ਪੁੱਛਿਆ। ਹਾਂ, ਅਮੀਰ ਹੋਣ ਦੇ ਬਾਵਜੂਦ ਵੀ ਨਹੀਂ, ਅਮੀਰ ਡੈਡੀ ਨੇ ਕਿਹਾ। ਦਰਅਸਲ ਬਹੁਤੇ ਅਮੀਰ ਲੋਕ ਇੱਛਾ ਦੇ ਕਾਰਨ ਨਹੀਂ ਬਲਕਿ ਡਰ ਦੇ ਕਾਰਨ ਅਮੀਰ ਹੁੰਦੇ ਹਨ। ਉਹ ਸੱਚਮੁੱਚ ਸੋਚਦੇ ਹਨ ਕਿ ਦੌਲਤ ਹੋਵੇ ਤਾਂ ਪੈਸੇ ਨਾ ਹੋਣ ਦਾ ਡਰ, ਗਰੀਬ ਹੋਣ ਦਾ ਡਰ ਖਤਮ ਹੋ ਜਾਂਦਾ ਹੈ। ਇਸ ਲਈ ਉਹ ਢੇਰ ਸਾਰੀ ਦੌਲਤ ਜਮ੍ਹਾਂ ਕਰ ਲੈਂਦੇ ਹਨ ਅਤੇ ਫਿਰ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦਾ ਡਰ ਹੋਰ ਵੱਧ ਗਿਆ ਹੈ। ਉਹਨਾਂ ਨੂੰ ਹੁਣ ਇਸ ਦੇ ਖਤਮ ਹੋ ਜਾਣ ਦੀ ਫਿਕਰ ਸਤਾਉਣ ਲੱਗਦੀ ਹੈ। ਮੈਂ ਇਹੋ ਜਿਹੇ ਆਪਣੇ ਦੋਸਤਾਂ ਨੂੰ ਜਾਣਦਾ ਹਾਂ ਜਿਹੜੇ ਬਹੁਤੇ ਪੈਸੇ ਹੋਣ ਦੇ ਬਾਅਦ ਵੀ ਕੰਮ ਵਿੱਚ ਜੁਟੇ ਰਹਿੰਦੇ ਹਨ। ਮੈਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ ਜਿਨ੍ਹਾਂ ਦੇ ਕੋਲ ਅੱਜ ਕਰੋੜਾਂ ਦੀ ਦੌਲਤ ਹੈ, ਪਰ ਉਹ ਅੱਜ ਉਸ ਤੋਂ ਵੀ ਜ਼ਿਆਦਾ ਚਿੰਤਿਤ ਅਤੇ ਪਰੇਸ਼ਾਨ ਹਨ। ਜਿਹੜੇ ਉਹ ਆਪਣੇ ਗਰੀਬੀ ਦੇ ਦਿਨਾਂ ਵਿੱਚ ਜਿਤਨੇ ਉਹ ਆਪਣੇ ਗਰੀਬੀ ਦੇ ਦਿਨਾਂ ਵਿੱਚ ਸਨ। ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਉਹ ਆਪਣੀ ਸਾਰੀ ਦੌਲਤ ਗੁਆ ਦੇਣਗੇ। ਅਮੀਰ ਬਣਨ ਤੋਂ ਪਹਿਲਾਂ ਜਿਹੜਾ ਡਰ ਉਹਨਾਂ ਨੂੰ ਸਤਾ ਰਿਹਾ ਸੀ ਉਹ ਅਮੀਰ ਬਣਨ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਵੱਧ ਗਿਆ। ਦਰਅਸਲ ਉਹਨਾਂ ਦੀ ਆਤਮਾਵਾਂ ਦਾ ਕਮਜ਼ੋਰ ਅਤੇ ਲੋੜਵੰਦ ਹਿੱਸਾ ਹੁਣ ਹੋਰ ਤੇਜ਼ੀ ਨਾਲ ਚੀਖ ਰਿਹਾ ਸੀ। ਉਹ ਆਪਣੇ ਆਲੀਸ਼ਾਨ ਬੰਗਲਿਆਂ, ਸ਼ਾਨਦਾਰ ਕਾਰਾਂ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਨਹੀਂ ਗੁਆਉਣਾ ਚਾਹੁੰਦੇ ਜਿਹੜੀਆਂ ਕਿ ਪੈਸੇ ਨਾਲ ਖਰੀਦੀਆਂ ਗਈਆਂ ਹਨ। ਉਹ ਇਸੇ ਫਿਕਰ ਵਿੱਚ ਘੁਲਦੇ ਰਹਿੰਦੇ ਹਨ ਕਿ ਜੇਕਰ ਉਹ ਕੰਗਾਲ ਹੋ ਗਏ ਤਾਂ ਉਹਨਾਂ ਦੇ ਦੋਸਤ ਕੀ ਕਹਿਣਗੇ। ਇਸੇ ਚਿੰਤਾ ਦੇ ਕਾਰਨ ਹੀ ਕਈ ਲੋਕ ਨਿਊਰੋਟਿਕ ਅਤੇ ਕੁੰਠਿਤ ਤੱਕ ਹੋ ਜਾਂਦੇ ਹਨ। ਹਾਲਾਂਕਿ ਉਹ ਅਮੀਰ ਦਿਖਦੇ ਹਨ ਅਤੇ ਉਹਨਾਂ ਦੇ ਕੋਲ ਪਹਿਲਾਂ ਤੋਂ ਵੀ ਜ਼ਿਆਦਾ ਪੈਸੇ ਹੁੰਦੇ ਹਨ, ਤਾਂ ਕਿ ਗਰੀਬ ਵਿਅਕਤੀ ਜ਼ਿਆਦਾ ਸੁਖੀ ਹੁੰਦਾ ਹੈ? ਮੈਂ ਪੁੱਛਿਆ। ਨਹੀਂ, ਮੇਰੇ ਹਿਸਾਬ ਨਾਲ ਤਾਂ ਇਸ ਤਰ੍ਹਾਂ ਨਹੀਂ ਹੁੰਦਾ, ਅਮੀਰ ਡੈਡੀ ਨੇ ਜਵਾਬ ਦਿੱਤਾ। ਪੈਸੇ ਤੋਂ ਦੂਰ ਰਹਿਣਾ ਵੀ ਉਤਨਾ ਹੀ ਵੱਡਾ ਪਾਗਲਪਨ ਹੈ ਜਿਤਨਾ ਕਿ ਉਸਦੇ ਪਿੱਛੇ ਨੱਸਣਾ, ਜਿਵੇਂ ਉਸਨੂੰ ਕਿਸੇ ਨੇ ਸਮਝਾ ਕੇ ਭੇਜਿਆ ਹੋਵੇ। ਕਸਬੇ ਦਾ ਪਾਗਲ ਸਾਡੀ ਮੇਜ਼ ਦੇ ਕੋਲੋਂ ਗੁਜ਼ਰਿਆ ਅਤੇ ਡਸਟਬਿਨ ਦੇ ਕੋਲ ਰੁਕ ਗਿਆ। ਉਸ ਵਿੱਚੋਂ ਕੁਝ ਲੱਭਣ ਲੱਗਾ। ਚਰਚਾ ਦੇ ਇਸ ਮੋੜ ਉੱਤੇ ਅਸੀਂ ਤਿੰਨੇ ਉਸ ਦੀਆਂ ਹਰਕਤਾਂ ਨੂੰ ਦਿਲਚਸਪੀ ਨਾਲ ਦੇਖ ਰਹੇ ਸੀ, ਜਦੋਂ ਕਿ ਇਸ ਤੋਂ ਪਹਿਲਾਂ ਅਸੀਂ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੁੰਦਾ। ਅਮੀਰ ਡੈਡੀ ਨੇ ਆਪਣੇ ਪਰਸ ਵਿੱਚੋਂ $1 ਕੱਢਿਆ ਅਤੇ ਉਸ ਪਾਗਲ ਬੁੱਢੇ ਨੂੰ ਕੋਲ ਆਉਣ ਦਾ ਇਸ਼ਾਰਾ ਕੀਤਾ। ਪੈਸੇ ਦੇਖਦੇ ਹੀ ਉਹ ਇੱਕਦਮ ਚਲਾ ਆਇਆ। ਉਸਨੇ ਪੈਸੇ ਲਏ ਅਤੇ ਅਮੀਰ ਡੈਡੀ ਨੂੰ ਢੇਰ ਸਾਰੀਆਂ ਦੁਆਵਾਂ ਦਿੱਤੀਆਂ ਅਤੇ ਆਪਣੀ ਚੰਗੀ ਕਿਸਮਤ ਉੱਤੇ ਖੁਸ਼ ਹੋ ਕੇ ਉਹ ਛੇਤੀ ਹੀ ਚਲਾ ਗਿਆ। ਇਸ ਵਿੱਚ ਅਤੇ ਮੇਰੇ ਜ਼ਿਆਦਾਤਰ ਵਰਕਰਾਂ ਅੰਦਰ ਬੜਾ ਅੰਤਰ ਨਹੀਂ ਹੈ, ਅਮੀਰ ਡੈਡੀ ਨੇ ਕਿਹਾ। ਮੈਂ ਇਹੋ ਜਿਹੇ ਬੜੇ ਲੋਕਾਂ ਨੂੰ ਮਿਲਿਆ ਹਾਂ ਜਿਹੜੇ ਕਹਿੰਦੇ ਹਨ, ਅਰੇ
ਮੈਨੂੰ ਪੈਸਿਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਫਿਰ ਵੀ ਉਹ ਰੋਜ਼ਾਨਾ 8 ਘੰਟਿਆਂ ਦੀ ਨੌਕਰੀ 'ਤੇ ਜਾਂਦੇ ਹਨ। ਇਹ ਤਾਂ ਸੱਚਾਈ ਨੂੰ ਨਕਾਰਨਾ ਹੈ। ਜੇਕਰ ਉਹਨਾਂ ਨੂੰ ਪੈਸਿਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਤਾਂ ਉਹ ਨੌਕਰੀ 'ਤੇ ਕਿਉਂ ਜਾਂਦੇ ਹਨ? ਇਸ ਤਰ੍ਹਾਂ ਦਾ ਚਿੰਤਨ ਪਾਗਲਪਨ ਦਾ ਚਿੰਤਨ ਹੈ। ਉਹ ਕੰਜੂਸੀ ਭਰੇ ਚਿੰਤਨ ਤੋਂ ਵੀ ਜ਼ਿਆਦਾ ਪਾਗਲਪਨ ਦਾ, ਜਿਸ ਵਿੱਚ ਕੋਈ ਵਿਅਕਤੀ ਪੈਸਿਆਂ 'ਤੇ ਕੁੰਡਲ ਮਾਰ ਕੇ ਬੈਠ ਜਾਂਦਾ ਹੈ। ਜਦ ਮੈਂ ਉੱਥੇ ਆਪਣੇ ਅਮੀਰ ਡੈਡੀ ਦੀਆਂ ਗੱਲਾਂ ਸੁਣ ਰਿਹਾ ਸੀ ਤਦ ਮੇਰੇ ਦਿਮਾਗ ਅੰਦਰ ਇਹ ਖਿਆਲ ਆ ਰਿਹਾ ਸੀ ਕਿ ਮੇਰੇ ਗਰੀਬ ਡੈਡੀ ਹਜ਼ਾਰਾਂ ਵਾਰ ਇਹ ਕਹਿ ਚੁੱਕੇ ਸਨ, ਮੈਨੂੰ ਪੈਸਿਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਇਸ ਤਰ੍ਹਾਂ ਆਮ ਕਰਕੇ ਕਿਹਾ ਕਰਦੇ ਸਨ। ਉਹ ਆਪਣੇ ਆਪ ਦੀਆਂ ਅਸਲੀ ਭਾਵਨਾਵਾਂ ਨੂੰ ਛਿਪਾਉਣ ਵਾਸਤੇ ਹਮੇਸ਼ਾ ਇਹ ਕਿਹਾ ਕਰਦੇ ਸਨ, ਮੈਂ ਇਸ ਲਈ ਕੰਮ ਕਰਦਾ ਹਾਂ ਕਿਉਂਕਿ ਮੈਨੂੰ ਆਪਣਾ ਕੰਮ ਕਰਨਾ ਬਹੁਤ ਪਸੰਦ ਹੈ। ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਮੈਂ ਪੁੱਛਿਆ। ਇਹੀ ਕਿ ਅਸੀਂ ਪੈਸਿਆਂ ਲਈ ਕੰਮ ਨਹੀਂ ਕਰੀਏ। ਜਦੋਂ ਤੱਕ ਸਾਡੇ ਮਨ ਅੰਦਰੋਂ ਡਰ ਅਤੇ ਲਾਲਚ ਦੀਆਂ ਭਾਵਨਾਵਾਂ ਪੂਰੀ ਤਰ੍ਹਾਂ ਨਿਕਲ ਨਾ ਜਾਣ, ਨਹੀਂ, ਉਸ ਵਿੱਚ ਤਾਂ ਬਹੁਤ ਸਮਾਂ ਬਰਬਾਦ ਹੋ ਜਾਵੇਗਾ। ਅਮੀਰ ਡੈਡੀ ਨੇ ਕਿਹਾ, ਭਾਵਨਾਵਾਂ ਦੇ ਕਾਰਨ ਹੀ ਤਾਂ ਅਸੀਂ ਇਨਸਾਨ ਹਾਂ। ਇਸੇ ਦੇ ਕਾਰਨ ਹੀ ਸਾਡੀ ਹਸਤੀ ਹੈ। ਭਾਵਨਾ ਸ਼ਬਦ ਦਾ ਅਰਥ ਹੈ ਚਲਾਈਮਾਨ ਊਰਜਾ। ਆਪਣੀਆਂ ਭਾਵਨਾਵਾਂ ਦੇ ਬਾਰੇ ਇਮਾਨਦਾਰ ਰਹੋ ਅਤੇ ਆਪਣੇ ਦਿਮਾਗ ਉੱਤੇ ਭਾਵਨਾਵਾਂ ਦਾ ਇਸਤੇਮਾਲ ਆਪਣੇ ਸਮਰਥਨ ਵਿੱਚ ਕਰੋ, ਨਾ ਕਿ ਆਪਣੇ ਵਿਰੋਧ ਵਿੱਚ। ਮਾਈਕ ਨੇ ਕਿਹਾ, ਜੇਕਰ ਤੁਹਾਨੂੰ ਮੇਰੀਆਂ ਗੱਲਾਂ ਸਮਝ ਨਾ ਆਈਆਂ ਹੋਣ ਤਾਂ ਇਸ ਬਾਰੇ ਚਿੰਤਾ ਨਾ ਕਰੋ। ਅੱਗੇ ਆਉਣ ਵਾਲੇ ਸਾਲਾਂ ਵਿੱਚ ਤੁਹਾਨੂੰ ਇਸ ਦਾ ਮਤਲਬ ਸਮਝ ਵਿੱਚ ਆ ਜਾਵੇਗਾ। ਆਪਣੀਆਂ ਭਾਵਨਾਵਾਂ ਦੀ ਪ੍ਰਤੀਕਿਰਿਆ ਵਿਅਕਤ ਕਰਨ ਦੀ ਬਜਾਏ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰੋ। ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਉਹ ਆਪਣੇ ਦਿਮਾਗ ਤੋਂ ਸੋਚਣ ਦੀ ਬਜਾਏ ਆਪਣੇ ਦਿਲ ਦੀਆਂ ਭਾਵਨਾਵਾਂ ਤੋਂ ਸੋਚਦੇ ਹਨ। ਤੁਹਾਡੀਆਂ ਭਾਵਨਾਵਾਂ ਤਾਂ ਤੁਹਾਡੀ ਹੀ ਰਹਿਣਗੀਆਂ, ਪਰ ਤੁਹਾਨੂੰ ਆਪਣੇ ਦਿਮਾਗ ਤੋਂ ਸੋਚਣਾ ਵੀ ਆਉਣਾ ਚਾਹੀਦਾ ਹੈ ਕਿਉਂਕਿ ਦਿਮਾਗ ਨੂੰ ਸੋਚਣ ਲਈ ਹੀ ਬਣਾਇਆ ਗਿਆ ਹੈ। ਕੀ ਤੁਸੀਂ ਮੈਨੂੰ ਇਸ ਦੀ ਕੋਈ ਮਿਸਾਲ ਦੇ ਸਕਦੇ ਹੋ? ਮੈਂ ਪੁੱਛਿਆ। ਕਿਉਂ ਨਹੀਂ, ਅਮੀਰ ਡੈਡੀ ਨੇ ਜਵਾਬ ਦਿੱਤਾ। ਜਦੋਂ ਕੋਈ ਵਿਅਕਤੀ ਕਹਿੰਦਾ ਹੈ ਮੈਨੂੰ ਨੌਕਰੀ ਲੱਭਣ ਦੀ ਲੋੜ ਹੈ ਤਾਂ ਇਸ ਗੱਲ ਦੀ ਬੜੀ ਸੰਭਾਵਨਾ ਹੈ ਕਿ ਉਸ ਦੀਆਂ ਭਾਵਨਾਵਾਂ ਨਿਰਣਾ ਕਰ ਰਹੀਆਂ ਹਨ। ਇਸ ਵਿਚਾਰ ਦਾ ਅਸਲੀ ਕਾਰਨ ਹੈ ਕਿ ਪੈਸਾ ਨਾ ਹੋਣ ਦਾ ਡਰ, ਪਰ ਅਸਲੀ ਜ਼ਿੰਦਗੀ ਚਲਾਉਣ ਲਈ ਲੋਕਾਂ ਨੂੰ ਪੈਸੇ ਦੀ ਲੋੜ ਤਾਂ ਪੈਂਦੀ ਹੀ ਹੈ। ਮੈਂ ਕਿਹਾ, ਬਿਲਕੁਲ ਪੈਂਦੀ ਹੈ। ਅਮੀਰ ਡੈਡੀ ਮੁਸਕਰਾਏ। ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਉਹਨਾਂ ਨੂੰ ਡਰ ਦੇ ਕਾਰਨ ਹੀ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ। ਮੈਂ ਸਮਝ ਨਹੀਂ ਪਾਇਆ। ਮਾਈਕ ਨੇ ਕਿਹਾ। ਅਮੀਰ ਡੈਡੀ ਨੇ ਕਿਹਾ, ਜੇਕਰ ਤੁਹਾਡੇ ਮਨ ਵਿੱਚ ਪੈਸੇ ਦੀ ਘਾਟ ਦਾ ਡਰ ਜਾਗ ਜਾਵੇ ਤਾਂ ਇੱਕਦਮ ਨੌਕਰੀ ਲੱਭਣ ਲਈ ਦੌੜ ਨਾ ਲਾਓ ਤਾਂ ਕਿ ਕੁਝ ਰੁਪਇਆਂ ਦੇ ਸਹਾਰੇ ਉਸ ਡਰ ਨੂੰ ਮਾਰ ਦਿੱਤਾ ਜਾਵੇ। ਇਸ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛੋ ਕਿ ਲੰਬੇ ਸਮੇਂ ਵਿੱਚ ਇਸ ਡਰ ਦਾ ਸਭ ਤੋਂ ਵਧੀਆ ਇਲਾਜ ਨੌਕਰੀ ਹੈ। ਮੇਰੇ ਖਿਆਲ ਤੋਂ ਇਸ ਵਿੱਚ ਜਵਾਬ ਨਹੀਂ ਹੁੰਦਾ ਹੈ, ਖਾਸ ਕਰਕੇ ਜਦੋਂ ਤੁਸੀਂ ਕਿਸੇ ਬੰਦੇ ਦੀ ਪੂਰੀ ਜ਼ਿੰਦਗੀ ਨੂੰ ਦੇਖਦੇ ਹੋ। ਨੌਕਰੀ ਦੀਰਘਕਾਲੀਨ ਸਮੱਸਿਆ ਦਾ ਅਲਪਕਾਲੀਨ ਸਮਾਧਾਨ ਹੈ। ਪਰ ਮੇਰੇ ਡੈਡੀ ਹਮੇਸ਼ਾ ਕਿਹਾ ਕਰਦੇ ਸਨ, ਸਕੂਲ ਵਿੱਚ ਪੜ੍ਹੋ, ਚੰਗੇ ਨੰਬਰ ਲਿਆਓ ਤਾਂ ਕਿ ਤੁਹਾਨੂੰ ਇੱਕ ਸੁਰੱਖਿਅਤ ਅਤੇ ਚੰਗੀ ਨੌਕਰੀ ਮਿਲ ਸਕੇ। ਮੈਂ ਹੜਬੜੀ ਵਿੱਚ ਬੋਲ ਹੀ ਗਿਆ, ਹਾਂ, ਮੈਂ ਸਮਝ ਸਕਦਾ ਹਾਂ ਕਿ ਉਹ ਇੰਜ ਕਿਉਂ ਕਹਿੰਦੇ ਹਨ। ਅਮੀਰ ਡੈਡੀ ਨੇ ਮੁਸਕਰਾਉਂਦਿਆਂ ਕਿਹਾ, ਜ਼ਿਆਦਾਤਰ ਲੋਕ ਇਹੋ ਜਿਹੀਆਂ ਹੀ ਸਲਾਹਾਂ ਦਿੰਦੇ ਹਨ ਅਤੇ ਜ਼ਿਆਦਾਤਰ ਲੋਕਾਂ ਲਈ ਇਹ ਇੱਕ ਚੰਗਾ ਵਿਚਾਰ ਹੁੰਦਾ ਹੈ, ਪਰ ਲੋਕਾਂ ਦੀ ਇਸ ਸਲਾਹ ਪਿੱਛੇ ਡਰ ਵੀ ਛੁਪਿਆ ਹੁੰਦਾ ਹੈ। ਤੁਹਾਡਾ ਮਤਲਬ ਹੈ ਕਿ ਮੇਰੇ ਡੈਡੀ ਇੰਜ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਡਰੇ ਹੋਏ ਹਨ? ਹਾਂ, ਅਮੀਰ ਡੈਡੀ ਨੇ ਕਿਹਾ, ਉਹ ਘਬਰਾਏ ਹੋਏ ਹਨ ਕਿ ਸ਼ਾਇਦ ਤੁਸੀਂ ਪੈਸਾ ਨਹੀਂ ਕਮਾ ਸਕਦੇ ਤੇ ਸਮਾਜ ਵਿੱਚ ਫਿੱਟ ਨਹੀਂ ਹੋ ਪਾਓਗੇ। ਮੈਨੂੰ ਗਲਤ ਨਾ ਸਮਝਣਾ, ਉਹ ਤੁਹਾਨੂੰ ਪਿਆਰ ਕਰਦੇ ਹਨ ਤੇ ਤੁਹਾਡਾ ਭਲਾ ਚਾਹੁੰਦੇ ਹਨ। ਮੈਂ ਤਾਂ ਸੋਚਦਾ ਹਾਂ ਕਿ ਉਹਨਾਂ ਦਾ ਡਰ ਵੀ ਸਹੀ ਹੈ। ਸਿੱਖਿਆ ਅਤੇ ਨੌਕਰੀ ਮਹੱਤਵਪੂਰਨ ਹਨ, ਪਰ ਇਸ ਨਾਲ ਡਰ ਦਾ ਇਲਾਜ ਨਹੀਂ ਹੁੰਦਾ। ਉਹੀ ਡਰ ਜਿਹੜਾ ਉਹਨਾਂ ਨੂੰ ਸਵੇਰੇ ਉੱਠ ਕੇ ਪੈਸੇ ਕਮਾਉਣ ਲਈ ਪ੍ਰੇਰਿਤ ਕਰਦਾ ਹੈ, ਉਸੇ ਡਰ ਦੇ ਕਾਰਨ ਉਹ ਤੁਹਾਡੇ ਸਕੂਲ ਜਾਣ ਉੱਤੇ ਇਤਨਾ ਜ਼ੋਰ ਦਿੰਦੇ ਹਨ। ਤਾਂ ਤੁਹਾਡੀ ਸਲਾਹ ਕੀ ਹੈ? ਮੈਂ ਪੁੱਛਿਆ। ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਪੈਸੇ ਦੀ ਤਾਕਤ ਉੱਤੇ ਕਾਬੂ ਪਾਉਣਾ ਸਿਖਾਵਾਂ। ਪੈਸੇ ਦਾ ਡਰ ਤੁਹਾਡੇ ਦਿਮਾਗ ਤੋਂ ਨਿਕਲ ਜਾਣਾ ਚਾਹੀਦਾ ਹੈ ਅਤੇ ਇਹ ਸਕੂਲ ਵਿੱਚ ਨਹੀਂ ਸਿਖਾਇਆ ਜਾਂਦਾ। ਜੇਕਰ ਤੁਸੀਂ ਇਸ ਨੂੰ ਨਹੀਂ ਸਿੱਖੋਗੇ ਤਾਂ ਤੁਸੀਂ ਪੈਸੇ ਦੇ ਗੁਲਾਮ ਬਣ ਜਾਵੋਗੇ। ਹੁਣ ਉਹਨਾਂ ਦੀਆਂ ਗੱਲਾਂ ਮੇਰੀ ਸਮਝ ਵਿੱਚ ਆ ਰਹੀਆਂ ਸਨ। ਉਹ ਸਾਡੇ ਵਿਚਾਰਾਂ ਨੂੰ ਜ਼ਿਆਦਾ ਵਿਆਪਕ ਬਣਾਉਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਜੋ ਕੁਝ ਸ਼੍ਰੀਮਤੀ ਮਾਰਟਿਨ ਨਹੀਂ ਸੀ ਦੇਖ ਸਕਦੀ, ਉਹਨਾਂ ਦੇ ਵਰਕਰ ਨਹੀਂ ਸਨ ਦੇਖ ਸਕਦੇ, ਜਾਂ ਮੇਰੇ ਡੈਡੀ ਵੀ ਨਹੀਂ ਸੀ ਦੇਖ ਸਕਦੇ, ਉਹ ਦੇਖਣ ਦੀ ਯੋਗਤਾ ਸਾਡੇ ਵਿੱਚ ਆ ਜਾਵੇ। ਉਹਨਾਂ ਨੇ ਜਿਹੜੇ ਉਦਾਹਰਨ ਦਿੱਤੇ ਸਨ ਉਹ ਉਸ ਸਮੇਂ ਸਖਤ ਜ਼ਰੂਰ ਲੱਗ ਰਹੇ ਸਨ, ਪਰ ਮੈਂ ਉਹਨਾਂ ਨੂੰ ਕਦੇ ਨਹੀਂ ਭੁੱਲਿਆ। ਮੇਰਾ ਨਜ਼ਰੀਆ
ਉਸ ਦਿਨ ਬਹੁਤ ਵੱਡਾ ਹੋ ਗਿਆ। ਹੁਣ ਮੈਂ ਉਸ ਜਾਲ ਨੂੰ ਦੇਖ ਸਕਦਾ ਸੀ ਜਿਹੜੇ ਜ਼ਿਆਦਾਤਰ ਲੋਕਾਂ ਦੇ ਸਾਹਮਣੇ ਵਿਛਿਆ ਹੁੰਦਾ ਹੈ। ਦੇਖੋ, ਆਖਰਕਾਰ ਅਸੀਂ ਸਾਰੇ ਲੋਕ ਵਰਕਰ ਹਾਂ। ਅਸੀਂ ਕੇਵਲ ਵੱਖ-ਵੱਖ ਸਤਰਾਂ 'ਤੇ ਕੰਮ ਕਰਦੇ ਹਾਂ, ਅਮੀਰ ਡੈਡੀ ਨੇ ਕਿਹਾ। ਮੈਂ ਤੁਹਾਡੇ ਤੋਂ ਬਸ ਇਹੀ ਚਾਹੁੰਦਾ ਹਾਂ ਕਿ ਤੁਸੀਂ ਲੋਕ ਇਸ ਜਾਲ ਤੋਂ ਬਚੇ ਰਹੋ। ਡਰ ਅਤੇ ਲਾਲਚ ਇਹਨਾਂ ਦੋ ਫੰਦਿਆਂ ਨਾਲ ਬਣਨ ਵਾਲੇ ਜਾਲ ਤੋਂ। ਇਹਨਾਂ ਦਾ ਇਸਤੇਮਾਲ ਆਪਣੇ ਸਮਰਥਨ ਵਿੱਚ ਕਰੋ, ਆਪਣੇ ਵਿਰੋਧ ਵਿੱਚ ਨਹੀਂ। ਮੈਂ ਤੁਹਾਨੂੰ ਸਿਰਫ ਇਹੀ ਸਿਖਾਉਣਾ ਚਾਹੁੰਦਾ ਹਾਂ। ਮੈਂ ਤੁਹਾਨੂੰ ਇਹ ਨਹੀਂ ਸਿਖਾਉਣਾ ਚਾਹੁੰਦਾ ਕਿ ਢੇਰ ਸਾਰਾ ਪੈਸਾ ਕਿਵੇਂ ਇਕੱਤਰ ਕਰ ਲਿਆ ਜਾਵੇ। ਉਸ ਨਾਲ ਡਰ ਜਾਂ ਲਾਲਚ ਨੂੰ ਨਹੀਂ ਜਿੱਤਿਆ ਜਾ ਸਕਦਾ। ਜੇਕਰ ਤੁਹਾਨੂੰ ਡਰ ਤੇ ਲਾਲਚ 'ਤੇ ਕਾਬੂ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਚਾਹੇ ਕਿੰਨੇ ਵੀ ਅਮੀਰ ਬਣ ਜਾਓ, ਅਸਲੀਅਤ ਵਿੱਚ ਤੁਸੀਂ ਇੱਕ ਵੱਡੀ ਤਨਖਾਹ ਪਾਉਣ ਵਾਲੇ ਗੁਲਾਮ ਹੀ ਰਹੋਗੇ। ਤਾਂ ਅਸੀਂ ਕਿਵੇਂ ਇਸ ਜਾਲ ਤੋਂ ਬਚ ਸਕਦੇ ਹਾਂ? ਮੈਂ ਪੁੱਛਿਆ। ਗਰੀਬੀ ਜਾਂ ਪੈਸੇ ਦੀ ਤੰਗੀ ਖਾਸ ਕਾਰਨ ਡਰ ਤੇ ਅਗਿਆਨ ਹੁੰਦਾ ਹੈ, ਨਾ ਕਿ ਅਰਥ ਵਿਵਸਥਾ, ਸਰਕਾਰ ਜਾਂ ਅਮੀਰ ਲੋਕ। ਇਹ ਆਪਣੇ ਆਪ 'ਤੇ ਪਾਇਆ ਹੋਇਆ ਡਰ ਜਾਂ ਅਗਿਆਨ ਹੁੰਦਾ ਹੈ ਜਿਹੜਾ ਲੋਕਾਂ ਨੂੰ ਇਸ ਜਾਲ ਵਿੱਚ ਫਸਾਏ ਰੱਖਦਾ ਹੈ। ਇਸ ਲਈ ਤੁਸੀਂ ਬੱਚਿਆਂ ਨੂੰ ਸਕੂਲ ਜਾਣ ਤੇ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਇਹ ਜ਼ਰੂਰ ਸਿਖਾਵਾਂਗਾ ਕਿ ਇਸ ਜਾਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਬੁਝਾਰਤ ਦੇ ਟੋਟੇ ਹੁਣ ਸਾਹਮਣੇ ਆ ਚੁੱਕੇ ਸਨ। ਮੇਰੇ ਪੜ੍ਹੇ ਲਿਖੇ ਡੈਡੀ ਦੇ ਕੋਲ ਬੜੀਆਂ ਡਿਗਰੀਆਂ ਤੇ ਇੱਕ ਵਧੀਆ ਕੈਰੀਅਰ ਵੀ ਸੀ, ਪਰ ਸਕੂਲ ਨੇ ਉਹਨਾਂ ਨੂੰ ਕਦੇ ਵੀ ਇਹ ਨਹੀਂ ਸੀ ਸਿਖਾਇਆ ਕਿ ਦੌਲਤ ਜਾਂ ਆਪਣੇ ਡਰ ਨੂੰ ਕਿਵੇਂ ਕਾਬੂ ਵਿੱਚ ਰੱਖਿਆ ਜਾਂਦਾ ਹੈ। ਹੁਣ ਮੈਂ ਸਮਝ ਚੁੱਕਿਆ ਸੀ ਕਿ ਮੈਂ ਆਪਣੇ ਦੋਵੇਂ ਡੈਡੀਆਂ ਤੋਂ ਵੱਖ-ਵੱਖ ਪਰ ਮਹੱਤਵਪੂਰਨ ਗੱਲਾਂ ਸਿੱਖ ਸਕਦਾ ਹਾਂ। ਤਾਂ ਤੁਸੀਂ ਪੈਸਾ ਨਾ ਹੋਣ ਦੇ ਡਰ ਬਾਰੇ ਗੱਲਾਂ ਕਰ ਰਹੇ ਸੀ। ਪੈਸੇ ਦੀ ਇੱਛਾ ਕਿਵੇਂ ਸਾਡੀ ਸੋਚ ਉੱਤੇ ਅਸਰ ਪਾਉਂਦੀ ਹੈ? ਮਾਈਕ ਨੇ ਪੁੱਛਿਆ। ਤੁਹਾਨੂੰ ਤਦੋਂ ਕਿਵੇਂ ਮਹਿਸੂਸ ਹੋਇਆ ਸੀ ਜਦੋਂ ਮੈਂ ਤੁਹਾਡੀ ਤਨਖਾਹਾਂ ਵਧਾਉਣ ਦਾ ਲਾਲਚ ਦਿੱਤਾ ਸੀ? ਕੀ ਤੁਸੀਂ ਦੇਖਿਆ ਕਿ ਤੁਹਾਡੀਆਂ ਇੱਛਾਵਾਂ ਕਿਵੇਂ ਵਧ ਰਹੀਆਂ ਸਨ? ਅਸੀਂ ਆਪਣੇ ਸਿਰਾਂ ਨੂੰ ਹਿਲਾ ਕੇ ਹਾਮੀ ਭਰੀ, ਪਰ ਤੁਸੀਂ ਆਪਣੀ ਭਾਵਨਾਵਾਂ ਦੇ ਸਾਹਮਣੇ ਹਾਰ ਨਹੀਂ ਮੰਨੀ ਤੇ ਇਸੇ ਕਾਰਨ ਤੁਸੀਂ ਜਲਦਬਾਜ਼ੀ ਨਾਲ ਕੰਮ ਨਹੀਂ ਲਿਆ। ਇਸ ਤੋਂ ਪਹਿਲਾਂ ਤੁਹਾਨੂੰ ਸੋਚਣ ਦਾ ਵਕਤ ਮਿਲ ਗਿਆ। ਇਸ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਸਾਡੇ ਵਿੱਚ ਹਮੇਸ਼ਾ ਡਰ ਅਤੇ ਲਾਲਚ ਦੀਆਂ ਭਾਵਨਾਵਾਂ ਰਹਿਣਗੀਆਂ। ਇਸੇ ਵਕਤ ਤੋਂ ਤੁਹਾਡੇ ਵਿੱਚ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਇਹਨਾਂ ਭਾਵਨਾਵਾਂ ਦਾ ਇਸਤੇਮਾਲ ਆਪਣੇ ਹੱਕ ਵਿੱਚ ਕਰੋ ਤੇ ਲੰਬੇ ਸਮੇਂ ਤਾਈਂ ਇਸ ਤਰ੍ਹਾਂ ਕਰੋ। ਆਪਣੀਆਂ ਭਾਵਨਾਵਾਂ ਨੂੰ ਆਪਣੇ ਦਿਮਾਗ ਉੱਤੇ ਹਾਵੀ ਨਾ ਹੋਣ ਦਿਓ ਤੇ ਇਸ ਤਰ੍ਹਾਂ ਆਪਣੇ ਵਿਚਾਰਾਂ ਨੂੰ ਦੂਸ਼ਿਤ ਨਾ ਹੋਣ ਦਿਓ। ਜ਼ਿਆਦਾਤਰ ਲੋਕ ਡਰ ਅਤੇ ਲਾਲਚ ਦਾ ਇਸਤੇਮਾਲ ਆਪਣੇ ਵਿਰੋਧ ਲਈ ਕਰਦੇ ਹਨ। ਇੱਥੋਂ ਅਗਿਆਨਤਾ ਦੀ ਸ਼ੁਰੂਆਤ ਹੁੰਦੀ ਹੈ। ਡਰ ਅਤੇ ਇੱਛਾਵਾਂ ਦੀਆਂ ਭਾਵਨਾਵਾਂ ਕਾਰਨ ਹੀ ਜ਼ਿਆਦਾਤਰ ਲੋਕ ਤਨਖਾਹਾਂ ਦੇ ਚੈੱਕਸ ਵਿੱਚ ਵਾਧਾ ਤੇ ਨੌਕਰੀ ਦੀ ਸੁਰੱਖਿਆ ਦੇ ਪਿੱਛੇ ਦੌੜਦੇ ਹੋਏ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਨ। ਅਸਲ ਵਿੱਚ ਉਹ ਇਹ ਨਹੀਂ ਸੋਚਦੇ ਕਿ ਭਾਵਨਾਵਾਂ ਦੇ ਆਧਾਰ 'ਤੇ ਬਣੇ ਹੋਏ ਇਹ ਵਿਚਾਰ ਉਹਨਾਂ ਨੂੰ ਕਿਹੜੇ ਪਾਸੇ ਲਿਜਾ ਰਹੇ ਹਨ। ਇਹ ਤਾਂ ਉਹੀ ਗੱਲ ਹੋ ਗਈ ਜਿਸ ਵਿੱਚ ਗੱਡੀ ਖਿੱਚਣ ਵਾਲੇ ਖੋਤੇ ਦੇ ਸਾਹਮਣੇ ਉਸਦਾ ਮਾਲਕ ਗਾਜਰ ਲਟਕਾ ਕੇ ਰੱਖਦਾ ਹੈ, ਜਿਹੜੀ ਉਸਦੇ ਨੱਕ ਦੇ ਠੀਕ ਸਾਹਮਣੇ ਹੁੰਦੀ ਹੈ। ਖੋਤੇ ਦਾ ਮਾਲਕ ਜਿੱਥੇ ਜਾਣਾ ਚਾਹੁੰਦਾ ਹੈ ਉੱਥੇ ਜਾਂਦਾ ਹੈ, ਪਰ ਖੋਤਾ ਤਾਂ ਲਾਲਚ ਦੇ ਕਾਰਨ ਹੀ ਨੱਠ ਰਿਹਾ ਹੁੰਦਾ ਹੈ। ਕੱਲ੍ਹ ਖੋਤੇ ਕੋਲ ਦੂਜੀ ਗਾਜਰ ਆ ਜਾਵੇਗੀ ਤੇ ਉਹ ਉਸ ਦਾ ਪਿੱਛਾ ਕਰਨ ਲੱਗ ਜਾਵੇਗਾ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਵੇਲੇ ਮੈਂ ਨਵੇਂ ਬੇਸਬਾਲ ਗਲਵਜ਼, ਕੈਂਡੀ ਅਤੇ ਖਿਡੌਣਿਆਂ ਦੇ ਸੁਪਨੇ ਦੇਖਣਾ ਸ਼ੁਰੂ ਕੀਤੇ, ਉਸ ਵੇਲੇ ਮੇਰੀ ਹਾਲਤ ਉਸ ਖੋਤੇ ਵਾਂਗ ਹੋ ਗਈ ਸੀ ਜਿਹੜਾ ਗਾਜਰ ਦੇ ਪਿੱਛੇ ਦੌੜਦਾ ਹੈ? ਮਾਈਕ ਨੇ ਪੁੱਛਿਆ। ਹਾਂ, ਅਤੇ ਉਮਰ ਦੇ ਨਾਲ ਨਾਲ ਤੁਹਾਡੇ ਖਿਡੌਣੇ ਵੀ ਜ਼ਿਆਦਾ ਮਹਿੰਗੇ ਹੁੰਦੇ ਜਾਣਗੇ। ਆਪਣੇ ਦੋਸਤਾਂ ਉੱਤੇ ਰੋਹਬ ਪਾਉਣ ਲਈ ਇੱਕ ਨਵੀਂ ਕਾਰ, ਇੱਕ ਬੋਟ, ਇੱਕ ਆਲੀਸ਼ਾਨ ਘਰ, ਅਮੀਰ ਡੈਡੀ ਨੇ ਮੁਸਕਰਾ ਕੇ ਕਿਹਾ। ਡਰ ਤੁਹਾਨੂੰ ਦਰਵਾਜ਼ੇ ਤੋਂ ਬਾਹਰ ਧੱਕਾ ਦਿੰਦਾ ਹੈ ਜਦੋਂ ਕਿ ਇੱਛਾ ਅੰਦਰ ਨੂੰ ਬੁਲਾਉਂਦੀ ਹੈ, ਤੁਹਾਨੂੰ ਚੱਟਾਨਾਂ ਵੱਲ ਲਲਚਾਉਂਦੀ ਹੈ। ਇਹੀ ਜਾਲ ਹੈ। ਤਾਂ ਇਸ ਦੀ ਕਾਟ ਕੀ ਹੈ? ਮਾਈਕ ਨੇ ਪੁੱਛਿਆ। ਡਰ ਅਤੇ ਇੱਛਾ ਗਿਆਨ ਦੇ ਕਾਰਨ ਵੱਧਦੇ ਹਨ। ਇਸ ਲਈ ਅਮੀਰ ਲੋਕਾਂ ਕੋਲ ਜਿਤਨਾ ਪੈਸਾ ਹੁੰਦਾ ਹੈ ਉਹਨਾਂ ਦਾ ਡਰ ਵੀ ਉਤਨਾ ਵੱਡਾ ਹੁੰਦਾ ਹੈ। ਧਨ ਹੀ ਗਾਜਰ ਹੈ, ਭਰਮ ਹੈ। ਜੇਕਰ ਖੋਤਾ ਪੂਰੀ ਤਸਵੀਰ ਦੇਖ ਸਕਦਾ ਤਾਂ ਸ਼ਾਇਦ ਉਹ ਗਾਜਰ ਦਾ ਪਿੱਛਾ ਕਰਨ ਦੇ ਆਪਣੇ ਨਿਰਣੇ ਉੱਤੇ ਦੁਬਾਰਾ ਸੋਚਦਾ। ਅਮੀਰ ਡੈਡੀ ਨੇ ਅੱਗੇ ਸਮਝਾਇਆ ਕਿ ਬੰਦੇ ਦੀ ਜ਼ਿੰਦਗੀ ਅਗਿਆਨ ਅਤੇ ਗਿਆਨ ਦੇ ਵਿਚਕਾਰ ਹੋਣ ਵਾਲਾ ਸੰਘਰਸ਼ ਹੈ। ਉਹਨਾਂ ਨੇ ਦੱਸਿਆ ਕਿ ਇੱਕ ਵਾਰ ਕੋਈ ਵਿਅਕਤੀ ਆਪਣੇ ਆਪ ਦੇ ਬਾਰੇ ਗਿਆਨ ਦੀ ਖੋਜ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਸਦੀ ਜ਼ਿੰਦਗੀ ਵਿੱਚ ਅਗਿਆਨ ਵੜ ਜਾਂਦਾ ਹੈ। ਇਹ ਸੰਘਰਸ਼ ਹਰ ਵਕਤ ਹੁੰਦਾ ਹੈ। ਇਸ ਲਈ ਸਾਨੂੰ ਇਹ ਫੈਸਲਾ ਕਰਨਾ ਹੈ, ਇਹ ਸਿੱਖਣਾ ਹੈ ਕਿ ਆਪਣੇ ਦਿਮਾਗ ਨੂੰ ਖੁੱਲ੍ਹਾ ਰੱਖਿਆ ਜਾਵੇ
ਜਾਂ ਇਸ ਨੂੰ ਬੰਦ ਕਰ ਦਿੱਤਾ ਜਾਵੇ। ਦੇਖੋ, ਸਕੂਲ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਤੁਸੀਂ ਸਕੂਲ ਇਸ ਲਈ ਜਾਂਦੇ ਹੋ ਤਾਂ ਜੋ ਤੁਸੀਂ ਉੱਥੇ ਕੋਈ ਕਲਾ ਜਾਂ ਕਾਰੋਬਾਰ ਸਿੱਖ ਸਕੋ ਅਤੇ ਇਸ ਤਰ੍ਹਾਂ ਨਾਲ ਤੁਸੀਂ ਸਮਾਜ ਨੂੰ ਆਪਣਾ ਯੋਗਦਾਨ ਵੀ ਦੇ ਸਕੋ। ਹਰ ਸਮਾਜ ਵਿੱਚ ਟੀਚਰਾਂ, ਡਾਕਟਰਾਂ, ਮਕੈਨਿਕਾਂ, ਐਕਟਰਾਂ, ਰਸੋਈਏ, ਪ੍ਰੋਫੈਸ਼ਨਲ ਲੋਕਾਂ, ਪੁਲਿਸ ਅਫਸਰਾਂ, ਅੱਗ ਬੁਝਾਉਣ ਵਾਲੇ ਸਿਪਾਹੀਆਂ ਦੀ ਲੋੜ ਹੁੰਦੀ ਹੈ। ਸਕੂਲ ਉਹਨਾਂ ਨੂੰ ਇਹ ਸਾਰਾ ਕੁਝ ਸਿਖਾਉਂਦਾ ਹੈ ਤਾਂ ਕਿ ਸਾਡਾ ਸਮਾਜ ਵਿਕਸਿਤ ਅਤੇ ਸਾਡੀ ਸੰਸਕ੍ਰਿਤੀ ਖੁਸ਼ਹਾਲ ਹੋ ਸਕੇ। ਅਮੀਰ ਡੈਡੀ ਨੇ ਕਿਹਾ, ਮਾੜੀ ਕਿਸਮਤ ਕਾਰਨ ਕਈ ਲੋਕਾਂ ਲਈ ਸਕੂਲੀ ਸਿੱਖਿਆ ਦਾ ਅੰਤ ਹੁੰਦਾ ਹੈ, ਸ਼ੁਰੂਆਤ ਨਹੀਂ। ਇੱਕ ਲੰਮੀ ਖਾਮੋਸ਼ੀ ਛਾਈ ਰਹੀ। ਅਮੀਰ ਡੈਡੀ ਮੁਸਕਰਾ ਰਹੇ ਸਨ। ਉਸ ਦਿਨ ਉਹਨਾਂ ਨੇ ਜੋ ਕੁਝ ਵੀ ਕਿਹਾ ਸੀ ਉਹ ਮੈਂ ਪੂਰੀ ਤਰ੍ਹਾਂ ਤਾਂ ਸਮਝ ਨਹੀਂ ਸੀ ਪਾਇਆ, ਪਰ ਜ਼ਿਆਦਾਤਰ ਮਹਾਨ ਉਸਤਾਦਾਂ ਦੇ ਸ਼ਬਦ ਸਾਲਾਂ ਤੱਕ ਸਾਨੂੰ ਸਿਖਾਉਂਦੇ ਹਨ। ਉਹਨਾਂ ਦੇ ਸ਼ਬਦ ਇਸੇ ਤਰ੍ਹਾਂ ਅੱਜ ਵੀ ਮੇਰੇ ਨਾਲ ਹਨ। ਮੈਂ ਅੱਜ ਥੋੜ੍ਹਾ ਕਠੋਰ ਹੋਇਆ, ਅਮੀਰ ਡੈਡੀ ਨੇ ਕਿਹਾ। ਇੱਕੋ ਕਾਰਨ ਕਰਕੇ ਬੇਰਹਿਮ ਹੋਇਆ ਹਾਂ। ਮੈਂ ਚਾਹੁੰਦਾ ਸੀ ਕਿ ਤੁਹਾਨੂੰ ਦੋਨਾਂ ਨੂੰ ਅੱਜ ਦੀ ਇਹ ਚਰਚਾ ਹਮੇਸ਼ਾ ਯਾਦ ਰਹੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਸ਼੍ਰੀਮਤੀ ਮਾਰਟਿਨ ਬਾਰੇ ਸੋਚੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਉਸ ਖੋਤੇ ਬਾਰੇ ਸੋਚੋ। ਇਹਨਾਂ ਨੂੰ ਕਦੇ ਨਾ ਭੁੱਲਣਾ। ਜੇਕਰ ਤੁਸੀਂ ਆਪਣੀ ਸਿਆਣਪ ਨਾਲ ਉਹਨਾਂ 'ਤੇ ਕਾਬੂ ਨਹੀਂ ਕੀਤਾ ਤਾਂ ਡਰ ਅਤੇ ਲਾਲਚ ਦੀਆਂ ਭਾਵਨਾਵਾਂ ਨੂੰ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਵੱਡੇ ਜਾਲ ਵਿੱਚ ਫਸਾ ਸਕਦੀਆਂ ਹਨ। ਆਪਣੀ ਜ਼ਿੰਦਗੀ ਨੂੰ ਡਰਦੇ ਗੁਜ਼ਾਰਨਾ, ਆਪਣੇ ਸੁਪਨਿਆਂ ਨੂੰ ਪੂਰਾ ਨਾ ਕਰਨਾ ਬੇਰਹਿਮੀ ਹੈ। ਇਹ ਵੀ ਬੇਰਹਿਮੀ ਹੈ ਕਿ ਪੈਸਿਆਂ ਲਈ ਕਰੜੀ ਮਿਹਨਤ ਕੀਤੀ ਜਾਵੇ ਅਤੇ ਇਹ ਸੋਚਿਆ ਜਾਵੇ ਕਿ ਪੈਸਿਆਂ ਨਾਲ ਖਰੀਦੀਆਂ ਵਸਤਾਂ ਸੁੱਖ ਦੇ ਸਕਦੀਆਂ ਹਨ। ਬਿੱਲ ਚੁਕਾਉਣ ਦੇ ਡਰ ਤੋਂ ਘਬਰਾ ਕੇ ਅੱਧੀ ਰਾਤ ਨੂੰ ਜਾਗਣਾ ਜਿਉਣ ਦਾ ਇੱਕ ਭਿਆਨਕ ਤਰੀਕਾ ਹੈ। ਤਨਖਾਹ ਦੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਵੀ ਕੋਈ ਜਿਉਣਾ ਹੈ। ਇਹ ਸੋਚਣਾ ਕਿ ਕੋਈ ਨੌਕਰੀ ਤੁਹਾਨੂੰ ਸੁਰੱਖਿਆ ਦਾ ਅਹਿਸਾਸ ਦੇ ਸਕਦੀ ਹੈ, ਆਪਣੇ ਆਪ ਨੂੰ ਝੂਠ ਬੋਲਣਾ ਹੈ। ਇਹ ਬੇਰਹਿਮੀ ਹੈ ਅਤੇ ਇਹੀ ਉਹ ਜਾਲ ਹੈ ਜਿਸ ਤੋਂ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ। ਮੈਂ ਦੇਖਿਆ ਹੈ ਕਿ ਪੈਸਾ ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਚਲਾਉਂਦਾ ਹੈ। ਇਸ ਤਰ੍ਹਾਂ ਆਪਣੇ ਆਪ ਨਾਲ ਨਾ ਹੋਣ ਦੇਣਾ। ਰੱਬ ਦੇ ਵਾਸਤੇ ਪੈਸੇ ਨੂੰ ਆਪਣੀ ਜ਼ਿੰਦਗੀ ਨੂੰ ਨਾ ਚਲਾਉਣ ਦੇਣਾ। ਸਾਡੀ ਟੇਬਲ ਥੱਲੇ ਸਾਫਟਬਾਲ ਆ ਗਈ। ਅਮੀਰ ਡੈਡੀ ਨੇ ਉਸਨੂੰ ਚੁੱਕਿਆ ਅਤੇ ਵਾਪਸ ਖਿਡਾਰੀਆਂ ਵੱਲ ਸੁੱਟ ਦਿੱਤਾ। ਤਾਂ ਗਿਆਨ ਦਾ ਲਾਲਚ ਅਤੇ ਡਰ ਨਾਲ ਕੋਈ ਸੰਬੰਧ ਹੈ? ਮੈਂ ਪੁੱਛਿਆ। ਇਹ ਪੈਸੇ ਦਾ ਅਗਿਆਨ ਹੀ ਹੈ ਜਿਸ ਦੇ ਕਾਰਨ ਇੰਨਾ ਲਾਲਚ ਅਤੇ ਡਰ ਪੈਦਾ ਹੁੰਦਾ ਹੈ, ਅਮੀਰ ਡੈਡੀ ਨੇ ਕਿਹਾ। ਮੈਂ ਤੁਹਾਨੂੰ ਕੁਝ ਉਦਾਹਰਨਾਂ ਦਿੰਦਾ ਹਾਂ। ਇੱਕ ਡਾਕਟਰ ਜਿਹੜਾ ਆਪਣੇ ਪਰਿਵਾਰ ਨੂੰ ਜ਼ਿਆਦਾ ਖੁਸ਼ੀਆਂ ਦੇਣਾ ਚਾਹੁੰਦਾ ਹੈ, ਆਪਣੀ ਫੀਸ ਵਧਾ ਦਿੰਦਾ ਹੈ। ਉਸਦੀ ਫੀਸ ਵਧਾਉਣ ਕਾਰਨ ਹੈਲਥ ਸਰਵਿਸਿਜ਼ ਹਰੇਕ ਲਈ ਮਹਿੰਗੀ ਹੋ ਜਾਂਦੀ ਹੈ। ਹੁਣ ਇਸ ਤੋਂ ਗਰੀਬ ਲੋਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪੁੱਜਦਾ ਹੈ। ਇਸ ਲਈ ਗਰੀਬ ਲੋਕਾਂ ਦਾ ਸਵਾਸਥ ਅਮੀਰ ਲੋਕਾਂ ਤੋਂ ਜ਼ਿਆਦਾ ਬੁਰਾ ਹੋਵੇਗਾ। ਹੁਣ ਕਿਉਂਕਿ ਡਾਕਟਰਾਂ ਨੇ ਆਪਣੀਆਂ ਫੀਸਾਂ ਵਧਾ ਦਿੱਤੀਆਂ ਹਨ, ਇਸ ਲਈ ਵਕੀਲ ਵੀ ਆਪਣੀਆਂ ਫੀਸਾਂ ਵਧਾ ਦਿੰਦੇ ਹਨ। ਚੂੰਕਿ ਵਕੀਲਾਂ ਨੇ ਆਪਣੀਆਂ ਫੀਸਾਂ ਵਧਾ ਦਿੱਤੀਆਂ, ਇਸ ਖਾਤਰ ਸਕੂਲ ਦੇ ਟੀਚਰ ਵੀ ਆਪਣੀਆਂ ਤਨਖਾਹਾਂ ਵਧਾਉਣਾ ਚਾਹੁੰਦੇ ਹਨ, ਜਿਸ ਦੇ ਕਾਰਨ ਸਾਡਾ ਟੈਕਸ ਵੱਧਦਾ ਹੈ ਅਤੇ ਇਹ ਸਿਲਸਿਲਾ ਅਨੰਤ ਕਾਲ ਤਾਂ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਛੇਤੀ ਹੀ ਅਮੀਰ ਅਤੇ ਗਰੀਬ ਲੋਕਾਂ ਦੇ ਵਿਚਕਾਰ ਇਤਨਾ ਭਿਆਨਕ ਅੰਤਰ ਹੋ ਜਾਵੇਗਾ ਕਿ ਪਰਲੋ ਆ ਜਾਵੇਗੀ ਅਤੇ ਇੱਕ ਹੋਰ ਮਹਾਨ ਸੱਭਿਅਤਾ ਧਰਾਸ਼ਾਹੀ ਹੋ ਜਾਵੇਗੀ। ਮਹਾਨ ਸੱਭਿਅਤਾਵਾਂ ਤਦੋਂ ਹੀ ਨਸ਼ਟ ਹੋਈਆਂ ਹਨ ਜਦੋਂ ਅਮੀਰੀ ਅਤੇ ਗਰੀਬੀ ਦੇ ਵਿਚਕਾਰਲਾ ਫਾਸਲਾ ਬਹੁਤ ਜ਼ਿਆਦਾ ਹੋ ਗਿਆ। ਅਮਰੀਕਾ ਵੀ ਉਸੇ ਰਾਹ ਉੱਤੇ ਚੱਲ ਰਿਹਾ ਹੈ ਅਤੇ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਕਿਉਂਕਿ ਅਸੀਂ ਇਤਿਹਾਸ ਤੋਂ ਕੁਝ ਨਹੀਂ ਸਿੱਖਦੇ। ਅਸੀਂ ਕੇਵਲ ਇਤਿਹਾਸਿਕ ਤਾਰੀਖਾਂ ਅਤੇ ਨਾਂ ਰੱਟਦੇ ਹਾਂ, ਉਹਨਾਂ ਤੋਂ ਪ੍ਰਾਪਤ ਸਬਕ ਨੂੰ ਭੁੱਲ ਜਾਂਦੇ ਹਾਂ। ਕੀ ਕੀਮਤਾਂ ਨਹੀਂ ਵਧਣੀਆਂ ਚਾਹੀਦੀਆਂ? ਮੈਂ ਪੁੱਛਿਆ। ਚੰਗੀ ਤਰ੍ਹਾਂ ਚੱਲ ਰਹੀ ਸਰਕਾਰ ਅਤੇ ਇੱਕ ਸੁਸਿੱਖਿਅਤ ਸਮਾਜ ਵਿੱਚ ਤੇ ਨਹੀਂ। ਕੀਮਤਾਂ ਦਰਅਸਲ ਘੱਟ ਹੋਣੀਆਂ ਚਾਹੀਦੀਆਂ ਹਨ। ਜ਼ਾਹਰ ਹੈ ਕਿ ਇਸ ਤਰ੍ਹਾਂ ਕੇਵਲ ਸਿਧਾਂਤਕ ਤੌਰ 'ਤੇ ਹੀ ਹੋ ਸਕਦਾ ਹੈ। ਕੀਮਤਾਂ ਗਿਆਨ ਤੋਂ ਪੈਦਾ ਹੋਏ ਲਾਲਚ ਅਤੇ ਡਰ ਕਾਰਨ ਵੱਧਦੀਆਂ ਹਨ। ਜੇਕਰ ਸਕੂਲਾਂ ਵਿੱਚ ਧਨ ਬਾਰੇ ਸਿਖਾਇਆ ਜਾਂਦਾ ਤਾਂ ਲੋਕਾਂ ਕੋਲ ਜ਼ਿਆਦਾ ਪੈਸਾ ਹੁੰਦਾ ਅਤੇ ਬਾਜ਼ਾਰ ਵਿੱਚ ਕੀਮਤਾਂ ਵੀ ਘੱਟ ਹੁੰਦੀਆਂ, ਪਰ ਲੋਕਾਂ ਵਿੱਚ ਸਿਰਫ ਪੈਸੇ ਲਈ ਕੰਮ ਕਰਨਾ ਸਕੂਲਾਂ ਵਿੱਚ ਸਿਰਫ ਪੈਸੇ ਲਈ ਕੰਮ ਕਰਨਾ ਸਿਖਾਇਆ ਜਾਂਦਾ ਹੈ। ਪੈਸੇ ਦੀ ਤਾਕਤ ਦਾ ਇਸਤੇਮਾਲ ਕਰਨਾ ਨਹੀਂ ਸਿਖਾਇਆ ਜਾਂਦਾ। ਪਰ ਸਾਡੇ ਕੋਲ ਬਿਜ਼ਨਸ ਸਕੂਲ ਵੀ ਹਨ। ਮਾਈਕ ਨੇ ਪੁੱਛਿਆ। ਕੀ ਤੁਸੀਂ ਮੈਨੂੰ ਮਾਸਟਰਜ਼ ਡਿਗਰੀ ਲਈ ਬਿਜ਼ਨਸ ਸਕੂਲ ਵਿੱਚ ਜਾਣ ਲਈ ਪ੍ਰੇਰਿਤ ਨਹੀਂ ਕਰ ਰਹੇ ਹੋ? ਹਾਂ, ਅਮੀਰ ਡੈਡੀ ਨੇ ਕਿਹਾ, ਪਰ ਆਮ ਕਰਕੇ ਇਸ ਤਰ੍ਹਾਂ ਹੁੰਦਾ ਹੈ ਕਿ ਬਿਜ਼ਨਸ ਸਕੂਲ ਇਹੋ ਜਿਹੇ ਵਰਕਰਾਂ ਨੂੰ ਸਿੱਖਿਅਤ ਕਰਦੇ ਹਨ ਜਿਹੜੇ
परिष्कृत बिन काउंटर हुंदे हन। रब ही मालिक है। जदों कोई बिन काउंटर बिजनेस संभाल लवे ਉਹ ਸਿਰਫ ਗਿਣਤੀ ਮਿਣਤੀ ਨੂੰ ਹੀ ਦੇਖਦੇ ਹਨ, ਲੋਕਾਂ ਨੂੰ ਕੱਢਦੇ ਹਨ ਅਤੇ ਬਿਜ਼ਨਸ ਦਾ ਗਲਾ ਘੋਟ ਦਿੰਦੇ ਹਨ। ਮੈਂ ਜਾਣਦਾ ਹਾਂ ਕਿਉਂਕਿ ਮੈਂ ਬਿਨ ਕਾਊਂਟਰ ਤੋਂ ਕੰਮ ਲੈਂਦਾ ਹਾਂ। ਉਹ ਸਿਰਫ ਇਤਨਾ ਹੀ ਸੋਚਦੇ ਹਨ ਕਿ ਲਾਗਤ ਨੂੰ ਕਿਵੇਂ ਘੱਟ ਕੀਤਾ ਜਾਵੇ ਅਤੇ ਕੀਮਤ ਨੂੰ ਕਿਵੇਂ ਵਧਾਇਆ ਜਾਵੇ, ਜਿਸ ਤੋਂ ਬਹੁਤੀਆਂ ਉਲਝਣਾਂ ਪੈਦਾ ਹੋ ਜਾਂਦੀਆਂ ਹਨ। ਬਿਨ ਕਾਊਂਟਿੰਗ ਵੀ ਮਹੱਤਵਪੂਰਨ ਹੈ। ਮੈਂ ਸੋਚਦਾ ਹਾਂ ਕਿ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਜਾਣਨਾ ਚਾਹੀਦਾ ਹੈ, ਪਰ ਇਹ ਵੀ ਪੂਰੀ ਤਸਵੀਰ ਨਹੀਂ ਦਰਸਾਉਂਦੀ। ਅਮੀਰ ਡੈਡੀ ਨੇ ਗੁੱਸੇ ਵਿੱਚ ਕਿਹਾ। ਤਾਂ ਫਿਰ ਕੀ ਇਸ ਦਾ ਕੋਈ ਹੱਲ ਹੈ? ਮਾਈਕ ਨੇ ਪੁੱਛਿਆ। ਹਾਂ, ਅਮੀਰ ਡੈਡੀ ਨੇ ਕਿਹਾ, ਸੋਚਣ ਵਾਸਤੇ ਆਪਣੀਆਂ ਭਾਵਨਾਵਾਂ ਦਾ ਇਸਤੇਮਾਲ ਕਰਨਾ ਸਿੱਖੋ। ਆਪਣੀਆਂ ਭਾਵਨਾਵਾਂ ਦੇ ਵਹਾਅ ਅੰਦਰ ਆ ਕੇ ਨਾ ਸੋਚੋ। ਜਦੋਂ ਤੁਸੀਂ ਮੁਫ਼ਤ ਵਿੱਚ ਕੰਮ ਕਰਨ ਲਈ ਤਿਆਰ ਹੋ ਗਏ ਸੀ ਤਾਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ ਸਿੱਖ ਲਿਆ ਸੀ। ਤਦੋਂ ਹੀ ਮੈਂ ਸਮਝ ਗਿਆ ਸੀ ਕਿ ਤੁਹਾਡੇ ਤੋਂ ਉਮੀਦ ਕੀਤੀ ਜਾਂ ਰੱਖੀ ਜਾ ਸਕਦੀ ਹੈ। ਜਦੋਂ ਮੈਂ ਤੁਹਾਨੂੰ ਜ਼ਿਆਦਾ ਤਨਖਾਹ ਦਾ ਲਾਲਚ ਦਿੱਤਾ ਤਾਂ ਵੀ ਤੁਸੀਂ ਇੱਕ ਵਾਰੀ ਫਿਰ ਆਪਣੀ ਭਾਵਨਾਵਾਂ ਦੀ ਗੱਲ ਨਹੀਂ ਸੀ ਮੰਨੀ ਜਾਂ ਸੁਣੀ। ਤੁਸੀਂ ਸ਼ਕਤੀਸ਼ਾਲੀ ਭਾਵਨਾਵਾਂ ਦੇ ਬਾਵਜੂਦ ਸੋਚਣਾ ਸਿੱਖ ਰਹੇ ਸੀ। ਇਹ ਸੀ ਪਹਿਲਾ ਕਦਮ। ਇਹ ਕਦਮ ਇੰਨਾ ਮਹੱਤਵਪੂਰਨ ਕਿਉਂ ਹੈ? ਮੈਂ ਪੁੱਛਿਆ। ਇਹ ਤੁਸੀਂ ਆਪਣੇ ਆਪ ਜਾਣ ਲਵੋਗੇ। ਜੇਕਰ ਤੁਸੀਂ ਇਹ ਸਿੱਖਣਾ ਹੀ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਬਰਾਇਰ ਪੈਚ ਵਿੱਚ ਲੈ ਜਾਵਾਂਗਾ। ਇਹ ਉਹ ਜਗ੍ਹਾ ਹੈ ਜਿਸ ਤੋਂ ਲੋਕ ਬਚਦੇ ਹਨ। ਮੈਂ ਤੁਹਾਨੂੰ ਉਸ ਥਾਂ 'ਤੇ ਵੀ ਲੈ ਜਾਵਾਂਗਾ ਜਿੱਥੇ ਜਾਣ ਲਈ ਜ਼ਿਆਦਾਤਰ ਲੋਕਾਂ ਨੂੰ ਡਰ ਲੱਗਦਾ ਹੈ। ਜੇਕਰ ਤੁਸੀਂ ਮੇਰੇ ਨਾਲ ਜਾਵੋਗੇ ਤਾਂ ਤੁਹਾਡੇ ਮਨ ਵਿੱਚੋਂ ਪੈਸਿਆਂ ਲਈ ਕੰਮ ਕਰਨ ਦਾ ਵਿਚਾਰ ਨਿਕਲ ਜਾਵੇਗਾ। ਇਸ ਦੀ ਬਜਾਏ ਤੁਸੀਂ ਇਹ ਸਿੱਖੋਗੇ ਕਿ ਪੈਸੇ ਤੋਂ ਕਿਵੇਂ ਕੰਮ ਲਿਆ ਜਾ ਸਕਦਾ ਹੈ ਅਤੇ ਜੇਕਰ ਅਸੀਂ ਤੁਹਾਡੇ ਨਾਲ ਜਾਂਦੇ ਹਾਂ ਤਾਂ ਸਾਨੂੰ ਕੀ ਮਿਲੇਗਾ। ਜੇਕਰ ਅਸੀਂ ਤੁਹਾਡੇ ਕੋਲੋਂ ਸਿੱਖਣ ਲਈ ਤਿਆਰ ਹੁੰਦੇ ਹਾਂ ਤਾਂ ਸਾਨੂੰ ਕੀ ਮਿਲੇਗਾ? ਮੈਂ ਪੁੱਛਿਆ। ਉਹੀ ਜਿਹੜਾ ਬਰਾਇਰ ਰੈਬਿਟ ਨੂੰ ਮਿਲਿਆ ਸੀ, ਅਮੀਰ ਡੈਡੀ ਨੇ ਕਿਹਾ। ਟਾਰ ਬੇਬੀ ਤੋਂ ਆਜ਼ਾਦੀ। ਕੀ ਇਹੋ ਜਿਹਾ ਕੋਈ ਬਰਾਇਰ ਪੈਚ ਹੁੰਦਾ ਹੈ? ਮੈਂ ਪੁੱਛਿਆ। ਹਾਂ, ਅਮੀਰ ਡੈਡੀ ਨੇ ਕਿਹਾ। ਡਰ ਅਤੇ ਲਾਲਚ ਹੀ ਬਰਾਇਰ ਪੈਚ ਹਨ। ਆਪਣੇ ਡਰ ਤੋਂ ਪਿੱਛਾ ਛੁਡਾ ਕੇ, ਆਪਣੇ ਲਾਲਚ ਦਾ ਸਾਹਮਣਾ ਕਰਕੇ, ਆਪਣੀਆਂ ਕਮਜ਼ੋਰੀਆਂ ਅਤੇ ਲੋੜਾਂ ਨੂੰ ਪਹਿਚਾਣ ਕੇ ਹੀ ਅਸੀਂ ਬਾਹਰ ਨਿਕਲਣ ਦੀ ਰਾਹ 'ਤੇ ਪੁੱਜ ਸਕਦੇ ਹਾਂ ਅਤੇ ਬਾਹਰ ਨਿਕਲਣ ਦਾ ਰਾਹ ਸਾਡੇ ਦਿਮਾਗ ਵਿੱਚੋਂ ਦੀ ਗੁਜ਼ਰਦਾ ਹੈ ਸਹੀ ਵਿਚਾਰਾਂ ਨੂੰ ਚੁਣਨ ਨਾਲ। ਮਾਈਕ ਨੇ ਹੈਰਾਨੀ ਨਾਲ ਪੁੱਛਿਆ। ਹਾਂ, ਇਸ ਵਿਚਾਰ ਨੂੰ ਚੁਣ ਕੇ ਅਸੀਂ ਕੀ ਸੋਚਾਂਗੇ, ਇਸ ਦੀ ਬਜਾਏ ਕਿ ਅਸੀਂ ਭਾਵਨਾਵਾਂ ਵਿੱਚ ਬਹਿ ਕੇ ਲਗਾਤਾਰ ਪ੍ਰਤੀਕਿਰਿਆ ਕਰਦੇ ਰਹੇ। ਸਵੇਰ ਉੱਠਣ ਤੇ ਕੰਮ ਉੱਤੇ ਜਾਣ ਨਾਲ ਹੀ ਤੁਹਾਡੀਆਂ ਉਲਝਣਾਂ ਸੁਲਝ ਨਹੀਂ ਜਾਂਦੀਆਂ, ਕਿਉਂਕਿ ਬਿੱਲ ਚੁਕਾਉਣ ਲਈ ਪਰਯਾਪਤ ਪੈਸਾ ਨਾ ਹੋਣ ਦਾ ਡਰ ਤੁਹਾਨੂੰ ਸਤਾਉਂਦਾ ਰਹੇਗਾ। ਸੋਚਣ ਲਈ ਤੁਹਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦਾ ਸਮਾਂ ਮਿਲਦਾ ਹੈ। ਇਸ ਤਰ੍ਹਾਂ ਦਾ ਸਵਾਲ ਕਿ ਇਸ ਸਮੱਸਿਆ ਦਾ ਸਭ ਤੋਂ ਵਧੀਆ ਸਮਾਧਾਨ ਇਸ 'ਤੇ ਹੋਰ ਜ਼ਿਆਦਾ ਮਿਹਨਤ ਕਰਨਾ ਹੈ। ਜ਼ਿਆਦਾਤਰ ਲੋਕ ਇਤਨੀ ਬੁਰੀ ਤਰ੍ਹਾਂ ਘਬਰਾਏ ਹੁੰਦੇ ਹਨ ਕਿ ਉਹ ਆਪਣੇ ਆਪ ਨੂੰ ਅਸਲੀ ਗੱਲ ਨਹੀਂ ਦੱਸਦੇ ਕਿ ਡਰ ਹਾਵੀ ਹੋ ਰਿਹਾ ਹੈ ਅਤੇ ਨਤੀਜਾ ਇਹ ਨਿਕਲਦਾ ਹੈ ਕਿ ਉਹ ਸੋਚ ਹੀ ਨਹੀਂ ਪਾਉਂਦੇ ਕਿ ਇਸ ਦੀ ਬਜਾਏ ਦਰਵਾਜ਼ੇ ਤੋਂ ਬਾਹਰ ਨੂੰ ਦੌੜ ਲਾ ਦਿੰਦੇ ਹਨ। ਟਾਰ ਬੇਬੀ ਹਾਵੀ ਹੋ ਜਾਂਦਾ ਹੈ। ਆਪਣੇ ਵਿਚਾਰ ਸੁਣਨ ਨਾਲ ਮੇਰਾ ਇਹੀ ਮਤਲਬ ਸੀ। ਪਰ ਅਸੀਂ ਉਹ ਜਿਹਾ ਕਿਵੇਂ ਕਰਾਂਗੇ? ਮਾਈਕ ਨੇ ਪੁੱਛਿਆ। ਇਹੀ ਤਾਂ ਮੈਂ ਤੁਹਾਨੂੰ ਸਿਖਾਉਣ ਵਾਲਾ ਹਾਂ। ਮੈਂ ਤੁਹਾਨੂੰ ਇਹ ਸਿਖਾਵਾਂਗਾ ਕਿ ਤੁਹਾਡੇ ਕੋਲ ਚੁਣਨ ਦੇ ਲਈ ਵਿਚਾਰਾਂ ਦੇ ਵਿਕਲਪ ਹੋਣੇ ਚਾਹੀਦੇ ਹਨ ਤਾਂ ਕਿ ਤੁਸੀਂ ਹੜਬੜੀ ਵਿੱਚ ਕੰਮ ਕਰਨ ਤੋਂ ਬਚ ਸਕੋ, ਜਿਵੇਂ ਆਪਣੀ ਸਵੇਰ ਦੀ ਕੌਫੀ ਪੀ ਕੇ ਦਰਵਾਜ਼ੇ ਵਿੱਚੋਂ ਬਾਹਰ ਦੌੜ ਲਗਾਉਣ ਦੀ ਆਦਤ ਤੋਂ। ਮੈਂ ਤੁਹਾਨੂੰ ਜਿਹੜਾ ਪਹਿਲਾਂ ਕਿਹਾ ਸੀ ਉਸੇ ਨੂੰ ਯਾਦ ਰੱਖੋ। ਨੌਕਰੀ ਦੀਰਘਕਾਲੀਨ ਸਮੱਸਿਆ ਦਾ ਅਲਪਕਾਲੀਨ ਸਮਾਧਾਨ ਹੈ। ਜ਼ਿਆਦਾਤਰ ਲੋਕਾਂ ਦੇ ਦਿਮਾਗ ਵਿੱਚ ਸਿਰਫ ਇੱਕ ਸਮੱਸਿਆ ਹੁੰਦੀ ਹੈ ਅਤੇ ਉਹ ਵੀ ਥੋੜ੍ਹੇ ਸਮੇਂ ਲਈ ਹੀ। ਇਹ ਸਮੱਸਿਆ ਹੁੰਦੀ ਹੈ ਮਹੀਨੇ ਦੇ ਆਖਰ ਵਿੱਚ ਚੁਕਾਏ ਜਾਣ ਵਾਲੇ ਬਿੱਲ, ਯਾਨੀ ਟਾਰ ਬੇਬੀ। ਹੁਣ ਪੈਸਾ ਉਹਨਾਂ ਦੀ ਜ਼ਿੰਦਗੀ ਨੂੰ ਚਲਾਉਂਦਾ ਹੈ, ਜਾਂ ਮੈਂ ਇਹ ਕਹਾਂ ਕਿ ਪੈਸੇ ਨੂੰ ਲੈ ਕੇ ਉਹਨਾਂ ਦਾ ਡਰ ਅਤੇ ਅਗਿਆਨ ਉਹਨਾਂ ਦੀ ਜ਼ਿੰਦਗੀ ਨੂੰ ਚਲਾਉਂਦਾ ਹੈ, ਤਾਂ ਉਹ ਉਹੀ ਕਰਦੇ ਹਨ ਜਿਹੜਾ ਉਹਨਾਂ ਦੇ ਮਾਂ-ਪਿਓ ਨੇ ਕੀਤਾ ਸੀ, ਸਵੇਰੇ ਉੱਠਣ ਅਤੇ ਪੈਸਿਆਂ ਲਈ ਕੰਮ ਕਰਨਾ। ਉਹ ਇਤਨਾ ਵਕਤ ਵੀ ਨਹੀਂ ਕੱਢ ਪਾਉਂਦੇ ਕਿ ਇਹ ਸੋਚ ਸਕਣ ਕਿ ਕੋਈ ਦੂਜਾ ਤਰੀਕਾ ਹੈ। ਇਸ ਵੇਲੇ ਉਹ ਦਿਲ ਨਾਲ ਸੋਚਦੇ ਹਨ, ਦਿਮਾਗ ਤੋਂ ਨਹੀਂ। ਦਿਲ ਤੋਂ ਸੋਚਣ ਅਤੇ ਦਿਮਾਗ ਤੋਂ ਸੋਚਣ ਵਿੱਚ ਕੀ ਫ਼ਰਕ ਹੈ? ਮਾਈਕ ਨੇ ਪੁੱਛਿਆ।
ਅਮੀਰ ਡੈਡੀ ਨੇ ਜਵਾਬ ਦਿੱਤਾ। ਮੈਂ ਇਸੇ ਤਰ੍ਹਾਂ ਦੇ ਜੁਮਲੇ ਆਮ ਕਰਕੇ ਸੁਣਦਾ ਹਾਂ। ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਹੈ। ਜਾਂ ਅਮੀਰ ਲੋਕ ਸ਼ੋਸ਼ਕ ਹੁੰਦੇ ਹਨ ਜਾਂ ਮੈਂ ਦੂਜੀ ਨੌਕਰੀ ਲੱਭ ਲਵਾਂਗਾ। ਮੇਰੀ ਤਨਖਾਹ ਵਧਣੀ ਚਾਹੀਦੀ ਹੈ। ਤੁਸੀਂ ਇਸ ਤਰ੍ਹਾਂ ਮੇਰਾ ਸ਼ੋਸ਼ਣ ਨਹੀਂ ਕਰ ਸਕਦੇ। ਜਾਂ ਮੈਂ ਇਸ ਨੌਕਰੀ ਨੂੰ ਇਸ ਲਈ ਪਸੰਦ ਕਰਦਾ ਹਾਂ ਕਿਉਂਕਿ ਇਹ ਸੁਰੱਖਿਅਤ ਹੈ। ਇਸ ਦੀ ਬਜਾਏ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਇੱਥੇ ਇਹੋ ਜਿਹਾ ਕੁਝ ਹੈ ਜਿਹੜਾ ਮੈਨੂੰ ਨਹੀਂ ਮਿਲ ਰਿਹਾ। ਇਸ ਭਾਵਨਾ ਉੱਤੇ ਆਧਾਰਿਤ ਸਾਡੇ ਵਿਚਾਰਾਂ ਦੀ ਜੰਜੀਰ ਟੁੱਟ ਜਾਵੇਗੀ ਅਤੇ ਸਾਨੂੰ ਜ਼ਿਆਦਾ ਚੰਗੇ ਢੰਗ ਨਾਲ ਸੋਚਣ ਦਾ ਮੌਕਾ ਮਿਲ ਜਾਵੇਗਾ। ਮੈਨੂੰ ਮੰਨਣਾ ਹੀ ਪਵੇਗਾ ਕਿ ਮੇਰੇ ਲਈ ਇਹ ਸਬਕ ਇੱਕ ਮਹਾਨ ਸਬਕ ਸਾਬਿਤ ਹੋਇਆ। ਇਹ ਜਾਣਨਾ ਕਿ ਕਦੋਂ ਕੋਈ ਵਿਅਕਤੀ ਦਿਲੋਂ ਬੋਲ ਰਿਹਾ ਹੈ ਅਤੇ ਕਦੋਂ ਦਿਮਾਗ ਤੋਂ ਕਿਸ ਦੇ ਸ਼ਬਦਾਂ ਵਿੱਚ ਭਾਵਨਾਵਾਂ ਛੁਪੀਆਂ ਹੋਈਆਂ ਹਨ ਅਤੇ ਕਿਸ ਦੇ ਸ਼ਬਦਾਂ ਵਿੱਚ ਵਿਚਾਰ। ਇਹ ਇੱਕ ਇਹੋ ਜਿਹਾ ਸਬਕ ਸੀ ਜੋ ਜ਼ਿੰਦਗੀ ਭਰ ਮੇਰੇ ਕੰਮ ਆਇਆ, ਖਾਸ ਕਰਕੇ ਤਦੋਂ ਜਦੋਂ ਮੈਂ ਆਪਣੇ ਦਿਲ ਨਾਲ ਆਪਣੀਆਂ ਭਾਵਨਾਵਾਂ ਨਾਲ ਬੋਲ ਰਿਹਾ ਸੀ, ਨਾ ਕਿ ਆਪਣੇ ਵਿਚਾਰਾਂ ਜਾਂ ਦਿਮਾਗ ਨਾਲ। ਜਦੋਂ ਅਸੀਂ ਸਟੋਰ ਵੱਲ ਵਾਪਸ ਮੁੜੇ ਤਾਂ ਅਮੀਰ ਡੈਡੀ ਨੇ ਇਹ ਕਿਹਾ ਕਿ ਅਮੀਰ ਲੋਕ ਹਕੀਕਤ ਵਿੱਚ ਪੈਸੇ ਬਣਾਉਂਦੇ ਹਨ। ਉਹ ਇਸ ਲਈ ਕੰਮ ਨਹੀਂ ਕਰਦੇ। ਉਹਨਾਂ ਨੇ ਇਹ ਵੀ ਦੱਸਿਆ ਕਿ 5 ਸੈਂਟ ਦੇ ਸੀਸੇ ਦੇ ਸਿੱਕੇ ਢਾਲਣ ਵੇਲੇ ਜਦੋਂ ਮਾਈਕ ਅਤੇ ਮੈਂ ਇਹ ਸੋਚਦੇ ਰਹੇ ਸੀ ਕਿ ਅਸੀਂ ਪੈਸੇ ਬਣਾ ਰਹੇ ਹਾਂ ਤਾਂ ਸਾਡੇ ਵਿਚਾਰ ਉਸੇ ਰਾਹ 'ਤੇ ਚੱਲ ਰਹੇ ਸੀ ਜਿਸ ਉੱਤੇ ਅਮੀਰ ਲੋਕ ਚੱਲਦੇ ਹਨ। ਦਿੱਕਤ ਸਿਰਫ ਇੰਨੀ ਸੀ ਕਿ ਸਾਡੇ ਲਈ ਇੰਜ ਕਰਨਾ ਗੈਰ ਕਾਨੂੰਨੀ ਸੀ। ਸਰਕਾਰ ਅਤੇ ਬੈਂਕਾਂ ਲਈ ਕਰਨਾ ਕਾਨੂੰਨੀ, ਪਰ ਸਾਡੇ ਲਈ ਨਹੀਂ। ਉਹਨਾਂ ਨੇ ਇਹ ਵੀ ਦੱਸਿਆ ਕਿ ਪੈਸਾ ਕਾਨੂੰਨੀ ਜਾਂ ਗੈਰ ਕਾਨੂੰਨੀ ਦੋਵੇਂ ਹੀ ਤਰੀਕਿਆਂ ਨਾਲ ਕਮਾਇਆ ਜਾ ਸਕਦਾ ਹੈ। ਅਮੀਰ ਡੈਡੀ ਨੇ ਬਾਅਦ ਵਿੱਚ ਸਾਨੂੰ ਇਹ ਸਮਝਾਇਆ ਕਿ ਅਮੀਰ ਲੋਕ ਜਾਣਦੇ ਹਨ ਕਿ ਧਨ ਇੱਕ ਭਰਮ ਹੈ ਜਿਹੜੀ ਹਕੀਕਤ ਵਿੱਚ ਖੋਤੇ ਦੇ ਸਾਹਮਣੇ ਟੰਗੀ ਹੋਈ ਗਾਜਰ ਵਾਂਗ ਹੁੰਦੀ ਹੈ। ਧਨ ਦੇ ਭਰਮ ਕਾਰਨ ਜਿਹੜਾ ਡਰ ਅਤੇ ਲਾਲਚ ਪੈਦਾ ਹੁੰਦਾ ਹੈ, ਇਸ ਦੇ ਕਾਰਨ ਹੀ ਅਰਬਾਂ ਖਰਬਾਂ ਲੋਕ ਇਹ ਸੋਚਦੇ ਹਨ ਕਿ ਧਨ ਅਸਲੀ ਚੀਜ਼ ਹੈ। ਧਨ ਦਰਅਸਲ ਇੱਕ ਮਾਇਆ ਜਾਲ ਹੈ। ਜਨਤਾ ਦੇ ਅਗਿਆਨ ਅਤੇ ਭਰੋਸੇ ਦੇ ਭਰਮ ਦੀ ਵਜ੍ਹਾ ਨਾਲ ਹੀ ਤਾਸ਼ ਦੇ ਪੱਤਿਆਂ ਕਾਂ ਇਹ ਮਹਿਲ ਖੜਾ ਰਹਿ ਪਾਉਂਦਾ ਹੈ। ਸੱਚ ਕਿਹਾ ਜਾਵੇ ਤਾਂ ਖੋਤੇ ਦੀ ਗਾਜਰ ਧਨ ਤੋਂ ਵੀ ਜ਼ਿਆਦਾ ਕੀਮਤੀ ਹੈ। ਉਹਨਾਂ ਨੇ ਕਿਹਾ। ਉਹਨਾਂ ਨੇ ਅਮਰੀਕਾ ਦੇ ਗੋਲਡ ਸਟੈਂਡਰਡ ਬਾਰੇ ਵੀ ਗੱਲ ਕੀਤੀ ਤੇ ਇਹ ਵੀ ਦੱਸਿਆ ਕਿ ਹਰ ਡਾਲਰ ਦਾ ਨੋਟ ਅਸਲ ਵਿੱਚ ਚਾਂਦੀ ਦਾ ਪ੍ਰਮਾਣ ਪੱਤਰ ਹੈ। ਉਹਨਾਂ ਨੂੰ ਇਸ ਅਫਵਾਹ ਨਾਲ ਚਿੰਤਾ ਹੋ ਰਹੀ ਸੀ ਕਿ ਕਿਸੇ ਦਿਨ ਅਸੀਂ ਗੋਲਡ ਸਟੈਂਡਰਡ ਨੂੰ ਛੱਡ ਦਿਆਂਗੇ ਅਤੇ ਸਾਡੇ ਡਾਲਰ ਚਾਂਦੀ ਦੇ ਪ੍ਰਮਾਣ ਪੱਤਰ ਵੀ ਨਹੀਂ ਰਹਿਣਗੇ। ਜਦੋਂ ਇਸ ਤਰ੍ਹਾਂ ਹੋਵੇਗਾ ਬੱਚਿਓ ਤਾਂ ਪਰਲੋ ਆ ਜਾਵੇਗੀ। ਗਰੀਬ ਮਿਡਲ ਕਲਾਸ ਤੇ ਨਾ ਸਮਝ ਲੋਕਾਂ ਦੀ ਜ਼ਿੰਦਗੀ ਸਿਰਫ ਇਸ ਕਰਕੇ ਬਰਬਾਦ ਹੋ ਜਾਵੇਗੀ ਕਿਉਂਕਿ ਉਹ ਇਹ ਭਰੋਸਾ ਕਰਦੇ ਰਹਿਣਗੇ ਕਿ ਧਨ ਹੀ ਅਸਲੀ ਚੀਜ਼ ਹੈ ਅਤੇ ਉਹ ਜਿਸ ਕੰਪਨੀ ਲਈ ਕੰਮ ਕਰਦੇ ਹਨ ਉਹ ਕੰਪਨੀ ਜਾਂ ਸਰਕਾਰ ਉਹਨਾਂ ਦਾ ਧਿਆਨ ਰੱਖੇਗੀ। ਉਹਨਾਂ ਦੀਆਂ ਗੱਲਾਂ ਉਸ ਦਿਨ ਸਾਡੀ ਸਮਝ ਵਿੱਚ ਨਹੀਂ ਆ ਰਹੀਆਂ ਸਨ, ਪਰ ਸਾਲਾਂ ਬਾਅਦ ਜਾ ਕੇ ਮੈਨੂੰ ਇਹ ਸਮਝ ਆਇਆ ਕਿ ਉਹ ਬੜੇ ਪਤੇ ਦੀਆਂ ਗੱਲਾਂ ਸਨ। ਉਹ ਦੇਖਣਾ ਜੋ ਦੂਜੇ ਨਹੀਂ ਦੇਖ ਪਾਉਂਦੇ। ਜਦੋਂ ਉਹ ਆਪਣੇ ਪਿਕਅਪ ਟਰੱਕ ਵਿੱਚ ਚੜ੍ਹੇ ਤਾਂ ਉਹਨਾਂ ਨੇ ਕਿਹਾ, ਕੰਮ ਜਾਰੀ ਰੱਖੋ ਬੱਚਿਓ, ਪਰ ਜਿਤਨੀ ਛੇਤੀ ਤੁਸੀਂ ਤਨਖਾਹ ਦੀ ਲੋੜ ਨੂੰ ਭੁੱਲ ਜਾਓਗੇ ਤੁਹਾਡੀ ਅਸਲੀ ਜ਼ਿੰਦਗੀ ਉਤਨੀ ਹੀ ਸੌਖੀ ਹੋ ਜਾਵੇਗੀ। ਆਪਣੇ ਦਿਮਾਗ ਦਾ ਇਸਤੇਮਾਲ ਕਰੋ, ਫ੍ਰੀ ਵਿੱਚ ਕੰਮ ਕਰੋ ਅਤੇ ਛੇਤੀ ਹੀ ਤੁਹਾਡਾ ਦਿਮਾਗ ਤੁਹਾਨੂੰ ਪੈਸੇ ਕਮਾਉਣ ਦੇ ਦੂਜੇ ਤਰੀਕੇ ਦੱਸ ਦੇਵੇਗਾ। ਉਹਨਾਂ ਤਰੀਕਿਆਂ ਨਾਲ ਤੁਸੀਂ ਇਸ ਨੌਕਰੀ ਤੋਂ ਜ਼ਿਆਦਾ ਕਮਾ ਲਵੋਗੇ। ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇਖ ਸਕੋਗੇ ਜਿਹੜੀਆਂ ਦੂਜੇ ਨਹੀਂ ਦੇਖ ਸਕਦੇ। ਮੌਕੇ ਉਹਨਾਂ ਦੀ ਨੱਕ ਥੱਲੇ ਹੁੰਦੇ ਹਨ, ਫਿਰ ਵੀ ਜ਼ਿਆਦਾਤਰ ਲੋਕ ਇਹਨਾਂ ਮੌਕਿਆਂ ਨੂੰ ਕਦੇ ਵੀ ਨਹੀਂ ਦੇਖ ਪਾਉਂਦੇ। ਇਸ ਦਾ ਕਾਰਨ ਇਹ ਹੈ ਕਿ ਉਹ ਸੁਰੱਖਿਆ ਅਤੇ ਪੈਸੇ ਲੱਭਦੇ ਹਨ, ਇਸ ਲਈ ਉਹਨਾਂ ਨੂੰ ਸਿਰਫ ਇਹੀ ਕੁਝ ਮਿਲਦਾ ਹੈ। ਜਿਸ ਵੇਲੇ ਤੁਸੀਂ ਇਸ ਮੌਕੇ ਨੂੰ ਮਹਿਸੂਸ ਕਰਨ ਵਿੱਚ ਸਫਲ ਹੋ ਜਾਵੋਗੇ ਉਸ ਤੋਂ ਬਾਅਦ ਤੁਸੀਂ ਸਾਰੀ ਜ਼ਿੰਦਗੀ ਮੌਕਿਆਂ ਨੂੰ ਮਹਿਸੂਸ ਕਰ ਸਕਦੇ ਹੋ। ਜਿਸ ਵੇਲੇ ਵੀ ਤੁਸੀਂ ਇਸ ਤਰ੍ਹਾਂ ਕਰ ਲਵੋਗੇ ਮੈਂ ਤੁਹਾਨੂੰ ਕੁਝ ਹੋਰ ਗੱਲਾਂ ਸਿਖਾਵਾਂਗਾ। ਇਸ ਗੱਲ ਨੂੰ ਧਿਆਨ ਨਾਲ ਸਮਝ ਲਓ ਤਾਂ ਕਿ ਤੁਸੀਂ ਜ਼ਿੰਦਗੀ ਦੇ ਸਭ ਤੋਂ ਵੱਡੇ ਜਾਲ ਤੋਂ ਬਚ ਸਕੋ। ਉਹ ਟੌਰ ਬੇਬੀ ਤੁਹਾਨੂੰ ਕਦੇ ਵੀ ਨਹੀਂ ਛੂਹ ਪਾਵੇਗੀ।
ਮਾਈਕ ਤੇ ਮੈਂ ਸਟੋਰ ਤੋਂ ਆਪਣੀਆਂ ਚੀਜ਼ਾਂ ਚੁੱਕੀਆਂ ਤੇ ਸ਼੍ਰੀਮਤੀ ਮਾਰਟਿਨ ਨੂੰ ਗੁੱਡ ਬਾਏ ਕਿਹਾ। ਅਸੀਂ ਵਾਪਸ ਪਾਰਕ ਵਿੱਚ ਆ ਗਏ। ਉਸੇ ਪਿਕਨਿਕ ਬੈਂਚ ਉੱਤੇ ਬੈਠ ਕੇ ਘੰਟਿਆਂ ਬੱਧੀ ਸੋਚਦੇ ਅਤੇ ਗੱਲਾਂ ਕਰਦੇ ਰਹੇ। ਅਸੀਂ ਅਗਲਾ ਹਫ਼ਤਾ ਸਕੂਲ ਵਿੱਚ ਸੋਚਦਿਆਂ ਅਤੇ ਇਸ ਬਾਰੇ ਗੱਲਾਂ ਕਰਦੇ ਹੋਏ ਬਿਤਾਇਆ। 2 ਹਫ਼ਤੇ ਤੱਕ ਅਸੀਂ ਲਗਾਤਾਰ ਸੋਚਦੇ ਰਹੇ, ਗੱਲਾਂ ਕਰਦੇ ਅਤੇ ਫ੍ਰੀ ਵਿੱਚ ਕੰਮ ਕਰਦੇ। ਦੂਜੇ ਸ਼ਨਿਚਰਵਾਰ ਦੇ ਆਖਰ ਵਿੱਚ ਮੈਂ ਸ਼੍ਰੀਮਤੀ ਮਾਰਟਿਨ ਨੂੰ ਦੁਬਾਰਾ ਗੁੱਡ ਬਾਏ ਕਰ ਅਤੇ ਕਾਮਿਕਸ ਬੁੱਕ ਸਟੈਂਡ ਨੂੰ ਬੜੀ ਲਲਚਾਈ ਨਜ਼ਰਾਂ ਨਾਲ ਦੇਖ ਰਿਹਾ ਸੀ। ਹਰ ਸ਼ਨਿਚਰਵਾਰ 30 ਸੈਂਟ ਨਾਲ ਨਾ ਮਿਲਣ ਕਾਰਨ ਸਭ ਤੋਂ ਜ਼ਿਆਦਾ ਦੁੱਖ ਭਰੀ ਗੱਲ ਇਹ ਸੀ ਕਿ ਮੇਰੇ ਕੋਲ ਕਾਮਿਕਸ ਖਰੀਦਣ ਲਈ ਬਿਲਕੁਲ ਵੀ ਪੈਸੇ ਨਹੀਂ ਹੁੰਦੇ ਸਨ। ਅਚਨਚੇਤ ਜਦੋਂ ਸ਼੍ਰੀਮਤੀ ਮਾਰਟਿਨ ਮੈਨੂੰ ਅਤੇ ਮਾਈਕ ਨੂੰ ਗੁੱਡ ਬਾਏ ਕਹਿ ਰਹੀ ਸੀ, ਮੈਂ ਉਹਨਾਂ ਨੂੰ ਇੱਕ ਇਹੋ ਜਿਹਾ ਕੰਮ ਕਰਦਿਆਂ ਦੇਖਿਆ ਜਿਹੜੀ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਮੇਰਾ ਮਤਲਬ ਹੈ, ਮੈਂ ਇਹਨਾਂ ਨੂੰ ਪਹਿਲਾਂ ਉਹਨਾਂ ਨੂੰ ਇਸ ਤਰ੍ਹਾਂ ਕਰਦਿਆਂ ਹੋਇਆ ਤਾਂ ਦੇਖਿਆ ਸੀ, ਪਰ ਉਸ ਉੱਤੇ ਕਦੇ ਧਿਆਨ ਨਹੀਂ ਸੀ ਦਿੱਤਾ। ਸ਼੍ਰੀਮਤੀ ਮਾਰਟਿਨ ਨੇ ਕਾਮਿਕਸ ਦੇ ਕਵਰ ਪੇਜ ਨੂੰ ਅੱਧਾ ਕੱਟਿਆ ਅਤੇ ਉਸਨੂੰ ਸੰਭਾਲ ਕੇ ਆਪਣੇ ਕੋਲ ਰੱਖ ਲਿਆ। ਬਕਾਇਆ ਪੁਸਤਕ ਨੂੰ ਉਹਨਾਂ ਨੇ ਇੱਕ ਭੂਰੇ ਕਾਰਡਬੋਰਡ ਬਕਸੇ ਵਿੱਚ ਪਾ ਦਿੱਤੀ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਇਹਨਾਂ ਕਾਮਿਕਸ ਦਾ ਕੀ ਕਰਦੀ ਹੈ ਤਾਂ ਉਹਨਾਂ ਨੇ ਕਿਹਾ, ਮੈਂ ਉਹਨਾਂ ਨੂੰ ਸੁੱਟ ਦਿੰਦੀ ਹਾਂ ਤੇ ਉੱਪਰਲੇ ਅੱਧੇ ਕਵਰ ਨੂੰ ਬਤੌਰ ਕ੍ਰੈਡਿਟ ਕਾਮਿਕਸ ਬੁੱਕ ਡਿਸਟਰੀਬਿਊਟਰ ਨੂੰ ਦੇ ਦਿੰਦੀ ਹਾਂ ਜਦ ਉਹ ਨਵੀਂ ਕਾਮਿਕਸ ਲੈ ਆਉਂਦਾ ਹੈ। ਉਹ 1 ਘੰਟੇ ਵਿੱਚ ਆਉਣ ਹੀ ਵਾਲਾ ਹੈ। ਮਾਈਕ ਅਤੇ ਮੈਂ 1 ਘੰਟੇ ਦਾ ਇੰਤਜ਼ਾਰ ਕੀਤਾ। ਛੇਤੀ ਹੀ ਉਹ ਡਿਸਟਰੀਬਿਊਟਰ ਆਇਆ ਅਤੇ ਮੈਂ ਉਸਨੂੰ ਪੁੱਛਿਆ ਕਿ ਸਾਨੂੰ ਕਾਮਿਕਸ ਮਿਲ ਸਕਦੀਆਂ ਹਨ। ਉਸਨੇ ਜਵਾਬ ਦਿੱਤਾ, ਤੁਹਾਨੂੰ ਮਿਲ ਸਕਦੀਆਂ ਹਨ ਜੇਕਰ ਤੁਸੀਂ ਇਸ ਸਟੋਰ ਲਈ ਕੰਮ ਕਰਦੇ ਹੋ ਅਤੇ ਵਾਅਦਾ ਕਰੋ ਕਿ ਤੁਸੀਂ ਇਸ ਨੂੰ ਦੁਬਾਰਾ ਨਹੀਂ ਵੇਚੋਗੇ। ਸਾਡੀ ਪਾਰਟਨਰਸ਼ਿਪ ਇੱਕ ਵਾਰ ਫਿਰ ਕਾਇਮ ਹੋ ਗਈ। ਮਾਈਕ ਦੀ ਮੰਮੀ ਨੇ ਬੇਸਮੈਂਟ ਵਿੱਚ ਸਾਨੂੰ ਇੱਕ ਖਾਲੀ ਕਮਰਾ ਦੇ ਦਿੱਤਾ ਜਿਹੜਾ ਉਹਨਾਂ ਦੇ ਕਿਸੇ ਕੰਮ ਨਹੀਂ ਸੀ ਆਉਂਦਾ। ਅਸੀਂ ਇਸ ਦੀ ਸਫਾਈ ਕਰਕੇ ਇਸ ਵਿੱਚ ਸੈਂਕੜੇ ਕਾਮਿਕਸ ਨੂੰ ਜਮਾ ਲਿਆ। ਛੇਤੀ ਹੀ ਸਾਡੀ ਕਾਮਿਕਸ ਲਾਇਬ੍ਰੇਰੀ ਲੋਕਾਂ ਲਈ ਖੋਲ੍ਹ ਦਿੱਤੀ ਗਈ। ਮਾਈਕ ਦੀ ਛੋਟੀ ਭੈਣ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ, ਇਸ ਲਈ ਅਸੀਂ ਉਸਨੂੰ ਆਪਣਾ ਲਾਇਬ੍ਰੇਰੀਅਨ ਬਣਾ ਦਿੱਤਾ। ਲਾਇਬ੍ਰੇਰੀ ਵਿੱਚ ਆਉਣ ਅਤੇ ਕਾਮਿਕਸ ਨੂੰ ਪੜ੍ਹਨ ਲਈ ਉਹ ਹਰ ਬੱਚੇ ਤੋਂ 10 ਸੈਂਟ ਲੈਂਦੀ ਸੀ। ਸਕੂਲ ਖਤਮ ਹੋਣ ਤੋਂ ਬਾਅਦ ਹਰ ਦੁਪਹਿਰ 2:30 ਤੋਂ 4:30 ਵਜੇ ਤੱਕ ਲਾਇਬ੍ਰੇਰੀ ਖੁੱਲ੍ਹਦੀ ਸੀ। ਗੁਆਂਢ ਦੇ ਸਾਰੇ ਬੱਚੇ ਇਸ ਦੇ ਗਾਹਕ ਬਣ ਗਏ ਅਤੇ ਉਹ ਜਿੰਨੇ ਕਾਮਿਕਸ ਪੜ੍ਹਨਾ ਚਾਹੁੰਦੇ ਸਨ 2 ਘੰਟੇ ਵਿੱਚ ਪੜ੍ਹ ਸਕਦੇ ਸਨ। ਇਹ ਉਹਨਾਂ ਲਈ ਬਹੁਤ ਵਧੀਆ ਸੌਦਾ ਸੀ ਕਿਉਂਕਿ ਇੱਕ ਕਾਮਿਕਸ ਦਾ ਮੁੱਲ 10 ਸੈਂਟ ਹੁੰਦਾ ਸੀ ਅਤੇ 2 ਘੰਟਿਆਂ ਵਿੱਚ ਉਹ 5 ਜਾਂ 6 ਕਾਮਿਕਸ ਤਾਂ ਪੜ੍ਹ ਹੀ ਲੈਂਦੇ ਸਨ। ਮਾਈਕ ਦੀ ਭੈਣ ਮੁੜਦੇ ਸਮੇਂ ਬੱਚਿਆਂ ਦੀ ਤਲਾਸ਼ੀ ਲੈ ਲੈਂਦੀ ਅਤੇ ਇਹ ਵੀ ਦੇਖ ਲੈਂਦੀ ਸੀ ਕਿ ਉਹ ਆਪਣੇ ਕੱਪੜਿਆਂ ਵਿੱਚ ਕਾਮਿਕਸ ਲੁਕਾ ਕੇ ਤੇ ਨਹੀਂ ਲੈ ਜਾ ਰਹੇ। ਉਹ ਇਸ ਗੱਲ ਦਾ ਵੀ ਰਿਕਾਰਡ ਰੱਖਦੀ ਸੀ ਕਿ ਹਰ ਰੋਜ਼ ਕਿਤਨੇ ਬੱਚੇ ਆਏ, ਉਹਨਾਂ ਦੇ ਕੀ ਨਾਂ ਅਤੇ ਸੁਝਾਅ ਸਨ। ਮਾਈਕ ਤੇ ਮੈਨੂੰ 3 ਮਹੀਨਿਆਂ ਤੱਕ ਹਰ ਹਫ਼ਤੇ $9.5 ਦਾ ਔਸਤ ਮੁਨਾਫਾ ਹੋਇਆ। ਅਸੀਂ ਉਸਦੀ ਭੈਣ ਨੂੰ ਹਰ ਹਫ਼ਤੇ $1 ਦਾ ਭੁਗਤਾਨ ਕੀਤਾ ਅਤੇ ਉਸ ਨੂੰ ਫ੍ਰੀ ਕਾਮਿਕਸ ਪੜ੍ਹਨ ਦਾ ਫਾਇਦਾ ਵੀ ਦਿੱਤਾ। ਹਾਲਾਂਕਿ ਉਹ ਕਾਮਿਕਸ ਕਦੇ-ਕਦਾਈ ਹੀ ਪੜ੍ਹਦੀ ਸੀ ਕਿਉਂਕਿ ਉਹ ਹਮੇਸ਼ਾ ਆਪਣੀ ਪੜ੍ਹਾਈ ਵਿੱਚ ਲੱਗੀ ਰਹਿੰਦੀ ਸੀ। ਮਾਈਕ ਅਤੇ ਮੈਂ ਪਹਿਲਾਂ ਕੀਤੇ ਸਮਝੌਤੇ ਮੁਤਾਬਿਕ ਹਰ ਸ਼ਨਿਚਰਵਾਰ ਨੂੰ ਸਟੋਰ ਵਿੱਚ ਕੰਮ ਕਰਨ ਲਈ ਜਾਂਦੇ ਰਹੇ। ਨਾਲ ਹੀ ਅਸੀਂ ਵੱਖ-ਵੱਖ ਦੁਕਾਨਾਂ ਤੋਂ ਕਾਮਿਕਸ ਵੀ ਇਕੱਤਰ ਕਰਦੇ ਰਹੇ। ਅਸੀਂ ਵਾਅਦੇ ਮੁਤਾਬਿਕ ਕਾਮਿਕਸ ਨਹੀਂ ਵੇਚੇ। ਜਦੋਂ ਕੋਈ ਕਾਮਿਕਸ ਫਟ ਜਾਂਦੀ ਤਾਂ ਅਸੀਂ ਉਸਨੂੰ ਜਲਾ ਦਿੰਦੇ। ਅਸੀਂ ਇਸ ਦੀ ਇੱਕ ਹੋਰ ਬ੍ਰਾਂਚ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਮਾਈਕ ਦੀ ਭੈਣ ਵਾਂਗ ਮਿਹਨਤੀ ਅਤੇ ਭਰੋਸੇਮੰਦ ਲਾਇਬ੍ਰੇਰੀਅਨ ਨਹੀਂ ਮਿਲੀ। ਬਹੁਤ ਘੱਟ ਉਮਰ ਵਿੱਚ ਅਸੀਂ ਇਹ ਜਾਣ ਲਿਆ ਕਿ ਚੰਗੇ ਸਟਾਫ ਨੂੰ ਲੱਭਣਾ ਕਿੰਨਾ ਮੁਸ਼ਕਿਲ ਹੁੰਦਾ ਹੈ। ਲਾਇਬ੍ਰੇਰੀ ਖੁੱਲ੍ਹਣ ਦੇ 3 ਮਹੀਨਿਆਂ ਬਾਅਦ ਸਾਡੀ ਲਾਇਬ੍ਰੇਰੀ ਵਿੱਚ ਇੱਕ ਸਮੱਸਿਆ ਆ ਗਈ। ਦੂਜੇ ਮੁਹੱਲੇ ਦੇ ਕੁਝ ਗੁੰਡੇ ਅੰਦਰ ਵੜ ਗਏ ਅਤੇ ਉਹਨਾਂ ਨੇ ਝਗੜਨਾ ਸ਼ੁਰੂ ਕਰ ਦਿੱਤਾ। ਮਾਈਕ ਦੇ ਡੈਡੀ ਨੇ ਸੁਝਾਅ ਦਿੱਤਾ ਕਿ ਸਾਨੂੰ ਆਪਣਾ ਇਹ ਕਾਰੋਬਾਰ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਸਾਡਾ ਕਾਮਿਕਸ ਦਾ ਧੰਦਾ ਬੰਦ ਹੋ ਗਿਆ ਅਤੇ ਇਸ ਦੇ ਨਾਲ ਹੀ ਅਸਾਂ ਨੇ ਉਸ ਕਨਵੀਨੀਅੰਸ ਸਟੋਰ ਵਿੱਚ ਹਰ ਸ਼ਨਿਚਰਵਾਰ ਨੂੰ ਕੰਮ ਕਰਨਾ ਵੀ ਬੰਦ ਕਰ ਦਿੱਤਾ। ਫਿਰ ਵੀ ਅਮੀਰ ਡੈਡੀ ਰੋਮਾਂਚਿਤ ਸਨ ਕਿਉਂਕਿ ਉਹਨਾਂ ਦੇ ਕੋਲ ਇਹੋ ਜਿਹੀਆਂ
ਬਹੁਤੀਆਂ ਨਵੀਆਂ ਗੱਲਾਂ ਸਨ ਜਿਹੜੀਆਂ ਉਹ ਸਾਨੂੰ ਸਿਖਾਉਣਾ ਚਾਹੁੰਦੇ ਸੀ। ਉਹ ਖੁਸ਼ ਸਨ ਕਿਉਂਕਿ ਅਸੀਂ ਉਹਨਾਂ ਦੇ ਪਹਿਲੇ ਸਬਕ ਨੂੰ ਇਤਨੀ ਚੰਗੀ ਤਰ੍ਹਾਂ ਸਿੱਖ ਲਿਆ ਸੀ। ਅਸੀਂ ਇਹ ਵੀ ਸਿੱਖ ਲਿਆ ਸੀ ਕਿ ਪੈਸਿਆਂ ਤੋਂ ਆਪਣੇ ਲਈ ਕੰਮ ਕਿਵੇਂ ਕਰਵਾਇਆ ਜਾਂਦਾ ਹੈ। ਸਟੋਰ ਵਿੱਚ ਨੌਕਰੀ ਦੇ ਬਦਲੇ ਸਾਨੂੰ ਪੈਸੇ ਨਹੀਂ ਮਿਲਦੇ ਸਨ, ਇਸ ਲਈ ਸਾਨੂੰ ਮਜਬੂਰਨ ਆਪਣੀ ਕਲਪਨਾ ਸ਼ਕਤੀ ਉੱਤੇ ਜ਼ੋਰ ਪਾਉਣਾ ਪੈਂਦਾ ਤਾਂ ਜੋ ਅਸੀਂ ਪੈਸਾ ਕਮਾਉਣ ਦਾ ਕੋਈ ਹੋਰ ਢੰਗ ਲੱਭ ਸਕੀਏ। ਕਾਮਿਕਸ ਲਾਇਬ੍ਰੇਰੀ ਸਾਡਾ ਆਪਣਾ ਕਾਰੋਬਾਰ ਸੀ। ਸਾਡਾ ਪੈਸਾ ਸਾਡੇ ਕਾਬੂ ਵਿੱਚ ਸੀ ਅਤੇ ਅਸੀਂ ਕਿਸੇ ਮਾਲਕ ਦੇ ਮੁਹਤਾਜ ਵੀ ਨਹੀਂ ਸੀ। ਇਸ ਵਿੱਚ ਸਭ ਤੋਂ ਚੰਗੀ ਗੱਲ ਇਹ ਸੀ ਕਿ ਸਾਡੇ ਕਾਰੋਬਾਰ ਤੋਂ ਸਾਨੂੰ ਉਸ ਵੇਲੇ ਵੀ ਪੈਸਾ ਮਿਲਦਾ ਸੀ ਜਦੋਂ ਕਿ ਅਸੀਂ ਉੱਥੇ ਸਰੀਰਕ ਰੂਪ ਵਿੱਚ ਮੌਜੂਦ ਨਹੀਂ ਸੀ ਹੁੰਦੇ। ਉਸ ਵੇਲੇ ਅਸੀਂ ਪੈਸਿਆਂ ਲਈ ਕੰਮ ਨਹੀਂ ਸੀ ਕਰਦੇ, ਬਲਕਿ ਸਾਡਾ ਪੈਸਾ ਸਾਡੇ ਲਈ ਕੰਮ ਕਰਦਾ ਸੀ। ਜ਼ਿਆਦਾ ਤਨਖਾਹ ਦੇਣ ਦੀ ਬਜਾਏ ਅਮੀਰ ਡੈਡੀ ਨੇ ਸਾਨੂੰ ਇਤਨੀ ਵਧੀਆ ਨਸੀਹਤ ਦੇ ਦਿੱਤੀ। ਇਸ ਦੇ ਨਾਲ ਹੀ ਰੌਬਰਟ ਟੀ ਕਿਓਸਾਕੀ ਦਾ ਪਹਿਲਾ ਸਬਕ ਖਤਮ ਹੁੰਦਾ ਹੈ। ਧੰਨਵਾਦ।